ਗੁਰੂ ਨਾਨਕ ਪਾਦ ਪੰਕਜ ਸਮਰੋ ਗੁਰ ਅਮਰਦਾਸ ਹਿਰਦੈ ਨਿਤ ਜਨ ਬੇਘਨਨ ਕੇ ਨਾਸਕ ਬਿਘਨਨ ਕੇ ਨਾਸਕ ਹਰ ਗੋਬਿੰਦ ਸ਼ੁਭ ਮਤ ਪਰਕਾਸਕ ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ ਪਰੰਪਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚਿ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਚੌਪਈ बुद्धि में प्रतिबिंबत पाब्रह्म जड़ चेतन मिल पे एक धर्म मन साधन संकल्प करन को अत चंचलता करे तरन को। वाहिगुरु जी का खालसा वाहिगुरु जी की फतेह। जोगो जोग अटल सतगुरु श्री गुरु ग्रंथ साहिब जी महाराज जी की पावन पवित्र हजूरी च हाजरियां भर रहे गुरु स्वरूप गुरु खालसा साध संगत जीओ धनता दे पात्र हो। नौवें पातशाह श्री गुरु तेग बहादुर साहब जी दे पवित्र चरण छो प्राप्त इतिहासक स्थान ते नतमस्तक हो के कलगियां वाले चोजी प्रीतम साहिबे कमाल सतगुरु श्री गुरु गोबिंद सिंह साहिब जी महाराज दयानिध स्वामी तिन्हां दे छोटे साहिबजादे साहिबजादा बाबा फतेह सिंह जी तिन्हां दा पावन पवित्र जन्म दिहाड़ा बहुत ही शरधा भावना आस्था ते सत्कार सहित मनाउणा कर रहे। अज दे दिन कलगीधर पातशाह जी महाराज जी दे सब तो छोटे फरजंद साहिब दे लखते जिगर बाबा फतेह सिंह जी का जन्म श्री आनंदपुर साहब की पवित्र पावन धरती ते कलगीधर जी के गृह विखे सत्कारयोग माता जीतो जी के उदर तो होया।
ਬਾਬਾ ਫਤਿਹ ਸਿੰਘ ਜੀ ਨੂੰ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਬੜੀਆਂ ਬਖਸ਼ਿਸ਼ਾਂ ਕੀਤੀਆਂ। ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਾਲ ਆਪ ਜੀ ਨੇ ਅਸਥਾਨ ਦੇ ਦਰਸ਼ਨ ਕੀਤੇ ਹਨ। ਗੁਰਦੁਆਰਾ ਦੁਮਾਲਗੜ੍ਹ ਸਾਹਿਬ ਇਹ ਉਹ ਅਸਥਾਨ ਹੈ ਜਿੱਥੇ ਬਾਬਾ ਫਤਿਹ ਸਿੰਘ ਜੀ ਨੂੰ ਅਕਾਲ ਪੁਰਖ ਨੇ ਬਾਣਾ ਬਖਸ਼ਿਆ। ਸਾਹਿਬ ਨੇ ਬਚਨ ਕੀਤਾ, ਗੁਰੂ ਜੀ ਨੇ ਤਬ ਫਤਿਹ ਸਿੰਘ ਕੋ ਬੁਲਾਇਆ, ਚਲੇਗਾ ਤੋਰ ਜੈਸਾ ਪੰਥ ਐਸੇ ਮੁਖ ਸੇ ਅਲਾਇਆ। ਇੱਕ ਦਿਨ ਮਹਾਰਾਜ ਜੀ ਨੇ ਬਚਨ ਕੀਤਾ ਕਿ ਸਾਨੂੰ ਅਕਾਲ ਪੁਰਖ ਦੇ ਸਰੂਪ ਦੇ ਦਰਸ਼ਨ ਕਰਾਓ, ਵੀ ਕਿੱਦਾਂ ਦਾ ਸਰੂਪ ਹੈ। ਬਾਬਾ ਫਤਿਹ ਸਿੰਘ ਜੀ ਉੱਠ ਕੇ ਗਏ ਦੁਮਾਲਗੜ੍ਹ ਸਾਹਿਬ ਵਾਲੇ ਸਥਾਨ ਤੇ ਪਰਮੇਸ਼ਰ ਨੂੰ ਅਰਾਧਿਆ। ਮਹਾਕਾਲ ਸਵਰੂਪ ਦੁਮਾਲਾ ਬੜਾ ਸੁੰਦਰ, ਚੱਕਰ ਚੰਦ ਤੋੜੇ ਲੱਗੇ ਹੋਏ, ਸੀਸ ਤੇ ਫਰਲਾ ਹੈ, ਨੀਲੇ ਰੰਗ ਦਾ ਬਾਣਾ ਹੈ। ਸ਼ਸਤਰਧਾਰੀ ਹੋ ਕੇ ਜਦੋਂ ਬਾਬਾ ਫਤਿਹ ਸਿੰਘ ਜੀ ਕਲਗੀਧਰ ਦੇ ਦਰਬਾਰ ਵਿੱਚ ਆਏ, ਗੁਰਦੇਵ ਜੀ ਆਪਣੇ ਤਖਤ ਉੱਠ ਖਲੋਤੇ ਔਰ ਨਮਸਕਾਰ ਕੀਤੀ। ਸਿੰਘਾਂ ਬੇਨਤੀ ਕੀਤੀ, ਮਹਾਰਾਜ ਇਹ ਕੀ ਖੇਡ ਹੈ? ਆਖਿਆ ਅੱਜ ਬਾਬਾ ਫਤਿਹ ਸਿੰਘ ਜੀ ਮਹਾਕਾਲ ਦਾ ਸਰੂਪ ਬਣ ਕੇ ਆਏ, ਅਕਾਲ ਪੁਰਖ ਦਾ ਸਰੂਪ ਹੈ। ਉਸ ਮਹਾਕਾਲ ਦਾ ਜਿਹਦੇ ਬਾਰੇ ਸਤਿਗੁਰਾਂ ਨੇ ਕਿਹਾ, ਮਹਾਕਾਲ ਕੀ ਜੇ ਸਰਨ ਪਰੇ ਸੋ ਲਏ ਬਚਾਏ। ਮਹਾਕਾਲ ਅਕਾਲ ਪੁਰਖ ਵਾਹਿਗੁਰੂ ਜੋ ਕਾਲ ਦਾ ਵੀ ਕਾਲ ਹੈ। ਆਪਣੇ ਮੁਖੋਂ ਬਚਨ ਕੀਤਾ, ਫਤਿਹ ਸਿੰਘ ਜੀ ਤੁਹਾਡੇ ਇਸ ਸਰੂਪ ਵਾਲਾ ਪੰਥ ਚੱਲੇਗਾ ਸੰਸਾਰ ਵਿੱਚ, ਜਿੱਥੋਂ ਮਹਾਕਾਲ ਨਿਹੰਗ ਸਿੰਘਾਂ ਦੀ ਸੰਪਰਦਾ ਚੱਲਦੀ ਹੈ, ਪੰਥ ਚੱਲਦਾ ਹੈ। ਗੁਰੂ ਜੀ ਨੇ ਤਬ ਫਤਿਹ ਸਿੰਘ ਕੋ ਬੁਲਾਇਆ, ਚਲੇਗਾ ਤੋਰ ਜੈਸਾ ਪੰਥ ਐਸੇ ਮੁਖ ਸੇ ਅਲਾਇਆ। ਤੇਰੇ ਜਿਹਾ ਪੰਥ ਚੱਲੇਗਾ। ਇਸੇ ਕਰਕੇ ਨਿਹੰਗ ਸਿੰਘਾਂ ਨੂੰ ਲਾਡਲੀਆਂ ਫੌਜਾਂ ਕਹਿੰਦੇ ਹਨ, ਕਿਉਂਕਿ ਬਾਬਾ ਫਤਿਹ ਸਿੰਘ ਜੀ ਦੀ ਫੌਜ ਹੈ। ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਬਚਨ ਅਕਸਰ ਕਿਹਾ ਜਾਂਦਾ ਅਰਦਾਸ ਵਿੱਚ, ਫਤਿਹ ਸਿੰਘ ਕੇ ਜਥੇ ਸਿੰਘ, ਫਤਿਹ ਸਿੰਘ ਕੇ ਜਥੇ ਸਿੰਘ। ਜਿੰਨੇ ਨਿਹੰਗ ਸਿੰਘਾਂ ਦੇ ਜਥੇ ਨੇ ਇਹ ਸਾਰੇ ਬਾਬਾ ਫਤਿਹ ਸਿੰਘ ਜੀ ਦਾ ਸਵਰੂਪ ਨੇ। ਇਹੋ ਜਿਹੇ ਮਹਾਨ ਸਪੂਤ ਗੁਰੂ ਕਲਗੀਧਰ ਪਾਤਸ਼ਾਹ ਦੇ, ਜਿਨ੍ਹਾਂ ਦਾ ਨਾਂ ਆਪਣੀ ਰਸਨਾ ਤੋਂ ਲਈਏ ਰਸਨਾ ਪਵਿੱਤਰ ਹੋ ਜਾਂਦੀ ਹੈ। ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਦੇ ਪਵਿੱਤਰ ਜਨਮ ਦਿਹਾੜੇ ਦੀਆਂ ਸਮੂਹ ਗੁਰੂ ਕੀਆਂ ਸਾਜੀਆਂ ਨਵਾਜੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹਨ। ਕਲਗੀਧਰ ਪਾਤਸ਼ਾਹ ਜੀ ਦੇ ਪੰਜਾਂ ਪਿਆਰਿਆਂ ਵਿੱਚੋਂ ਜਥੇਦਾਰ ਪਿਆਰੇ ਭਾਈ ਦਇਆ ਸਿੰਘ ਜੀ ਗੁਰੂ ਖਾਲਸੇ ਪੰਥ ਨੂੰ ਉਪਦੇਸ਼ ਦੇ ਰਹੇ ਨੇ, ਗੁਰਮਤਿ ਨਿਰਣੈ ਕਰ ਰਹੇ ਨੇ। ਅੰਮ੍ਰਿਤ ਵੇਲੇ ਉੱਠਣ ਦੇ ਇਸ਼ਨਾਨ ਕਰਕੇ ਨਿਤਨੇਮ ਕਰਨਾ, ਬਾਣੀ ਪੜ੍ਹਨੀ, ਭਜਨ ਕਰਨਾ, ਸਰਵਣ ਮਨਨ ਨਿਧਿਆਸਣ ਕਰਨਾ। ਆਖਿਆ ਗੁਰਮਤਿ ਦਾ ਜਿਹੜਾ ਗਿਆਨ ਹੈ ਉਹ ਭਗਤੀ ਲਬਰੇਜ਼ ਹੈ, ਇਹਦੇ ਨਾਲ ਭਗਤੀ ਮਿਲੀ ਹੋਈ ਹੈ। ਭਗਤੀ ਤੋਂ ਬਿਨਾਂ ਗਿਆਨ ਖੁਸ਼ਕ ਹੈ, ਕਿਸੇ ਕੰਮ ਦਾ ਨਹੀਂ। ਭਗਤੀ ਦੇ ਨਾਲ ਹੀ ਗਿਆਨ ਸਫਲ ਹੈ। ਇਹ ਬਚਨ ਮਹਾਰਾਜ ਪਿਆਰੇ ਭਾਈ ਦਇਆ ਸਿੰਘ ਜੀ ਨੇ ਕਹੇ ਨੇ। ਆਓ ਗੁਰਮਤਿ ਦਾ ਗਿਆਨ ਨਿਰਣੈ ਅੱਗੇ ਹੋਰ ਚੱਲ ਰਿਹਾ ਹੈ, ਸਰਵਣ ਕਰੀਏ, ਕਿਉਂਕਿ ਅੱਜ ਦਾ ਇਹ ਪ੍ਰਸੰਗ ਹੈ ਜੋ ਪਿਛਲੇ ਕੁਝ ਦਿਨਾਂ ਤੋਂ ਇਹ ਕਥਾ ਚੱਲ ਰਹੀ ਹੈ ਆਤਮ ਗਿਆਨ ਦੀ। ਇਸ ਪ੍ਰਸੰਗ ਨਾਲ ਇਸ ਦੀ ਸਮਾਪਤੀ ਹੋਣੀ। ਅੱਗੇ ਫਿਰ ਕਵੀਆਂ ਦੇ ਉਚਾਰਨ ਕੀਤੇ ਹੋਏ ਛੰਦ ਚੱਲਣੇ ਹਨ। ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ ਵਿੱਚ ਆਪਣੀ ਹਾਜ਼ਰੀ ਭਰੀਏ। ਸਰੀਰ ਦੀਆਂ ਹਾਜ਼ਰੀਆਂ ਲੱਗ ਰਹੀਆਂ ਗੁਰੂ ਚਰਨਾਂ 'ਚ, ਪਰ ਸਾਡੀਆਂ ਸੁਰਤੀਆਂ ਮਹਾਰਾਜ ਜੀ ਦੇ ਚਰਨਾਂ 'ਚ ਹਾਜ਼ਰ ਹੋ ਜਾਣ।
ਇਸ ਕਰਕੇ ਗੱਜ ਵੱਜ ਕੇ ਆਪਣੀ ਰਸਨਾ ਨੂੰ ਪਵਿੱਤਰ ਕਰਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਬੁੱਧੀ ਮੈਂ ਪ੍ਰਤੀਬਿੰਬਤ ਭਾ ਬ੍ਰਹਮ। ਬ੍ਰਹਮ ਦਾ ਪ੍ਰਤੀਬਿੰਬ ਸਾਡੀ ਬੁੱਧੀ ਵਿੱਚ ਪੈਂਦਾ। ਪ੍ਰਤੀਬਿੰਬ ਦਾ ਮਤਲਬ ਹੁੰਦਾ ਜਿਵੇਂ ਸੂਰਜ ਦਾ ਪ੍ਰਤੀਬਿੰਬ ਕਿਸੇ ਤਲਾਬ ਦੇ ਵਿੱਚ ਪੈਂਦਾ ਹੈ, ਜਾਂ ਇਸ ਤਰ੍ਹਾਂ ਕਹਿ ਲਈਏ ਸੂਰਜ ਦਾ ਪ੍ਰਤੀਬਿੰਬ ਜਿਵੇਂ ਸ਼ੀਸ਼ੇ ਵਿੱਚ ਪੈਂਦਾ ਹੈ। ਤੋ ਇਸ ਤਰ੍ਹਾਂ ਬ੍ਰਹਮ ਦਾ, ਪ੍ਰਮਾਤਮਾ ਦਾ ਜਿਹੜਾ ਪ੍ਰਤੀਬਿੰਬ ਹੈ ਉਹ ਸਾਡੀ ਬੁੱਧੀ ਵਿੱਚ ਪੈਂਦਾ ਹੈ। ਇਸੇ ਕਰਕੇ ਬੁੱਧੀ ਵਿੱਚ ਚੇਤਨਾ ਪੈਦਾ ਹੁੰਦੀ ਹੈ, ਹਰਕਤ ਪੈਦਾ ਹੁੰਦੀ ਹੈ। ਹਾਂਜੀ। ਜੜ ਚੇਤਨ ਮਿਲ ਪੇ ਇੱਕ ਧਰਮ। ਹੁਣ ਬੁੱਧੀ ਜੜ ਹੈ, ਪਰ ਉਹਦੇ ਵਿੱਚ ਚੇਤਨ ਦਾ ਜਦੋਂ ਆਭਾਸ ਹੁੰਦਾ ਤੇ ਫਿਰ ਉਹ ਜੜ ਤੇ ਚੇਤਨ ਦੋਵੇਂ ਇੱਕਮਿਕ ਹੋ ਜਾਂਦੇ ਨੇ, ਔਰ ਇੱਕਮਿਕ ਹੋ ਕੇ ਉਹਨਾਂ ਦਾ ਇੱਕ ਧਰਮ ਹੋ ਜਾਂਦਾ ਹੈ। ਮਨ ਸਾਧਨ ਸੰਕਲਪ ਕਰਨ ਕੋ। ਉੱਥੇ ਅੱਗੇ ਫਿਰ ਮਨ ਹੈ। ਜਿਹੜਾ ਮਨ ਹੈ ਇਹ ਸਾਧਨ ਹੈ ਸੰਕਲਪ ਕਰਨ ਦਾ। ਅਸੀਂ ਕੋਈ ਵੀ ਸੰਕਲਪ ਕਰਦੇ ਹਾਂ ਆਪਣੇ ਹਿਰਦੇ 'ਚ, ਉਹ ਸੰਕਲਪ ਦਾ ਸਾਧਨ ਸਾਡਾ ਮਨ ਹੈ। ਮਨ ਬਿਨਾਂ ਸੰਕਲਪ ਨਹੀਂ ਉੱਠ ਸਕਦਾ। ਅਸੀਂ ਘਰ 'ਚ ਬੈਠਿਆਂ ਸੰਕਲਪ ਕੀਤਾ ਵੀ ਗੁਰੂ ਘਰ ਚੱਲੀਏ, ਕਥਾ ਸੁਣੀਏ, ਵੇਲਾ ਹੋ ਚੱਲਿਆ, ਇਹ ਮਨ ਨਹੀਂ ਕੀਤਾ ਨਾ। ਮਨ ਦੇ ਦੁਆਰਾ ਮਨ ਸਾਧਨ ਹੈ ਸੰਕਲਪ ਨੂੰ ਉਠਾਉਣ ਲਈ। ਹਾਂਜੀ। ਅਤ ਚੰਚਲਤਾ ਕਰੇ ਤਰਨ ਕੋ। ਪਰ ਇਹ ਮਨ ਚੰਚਲ ਵੀ ਹੈ। ਜਿੱਥੇ ਸੰਕਲਪ ਕਰਦਾ ਉੱਥੇ ਬਹੁਤ ਜ਼ਿਆਦਾ ਅਤੀ ਚੰਚਲ ਹੈ। ਚੰਚਲਤਾ ਨੂੰ ਧਾਰਨ ਕਰਨਾ ਮਨ ਦਾ ਸੁਭਾਅ ਹੈ। ਜਿਵੇਂ ਨਿਸ਼ਾਨ ਸਾਹਿਬ ਦੇ ਆਪ ਜੀ ਦਰਸ਼ਨ ਕਰਦੇ ਹੋ, ਕਦੇ ਫਰਲਾ ਵੇਖੋ ਨਿਸ਼ਾਨ ਸਾਹਿਬ ਦਾ ਉੱਪਰ। ਨਿਸ਼ਾਨ ਸਾਹਿਬ ਦਾ ਫਰਲਾ ਜਿਹੜਾ ਉਹ ਕਦੇ ਵੇਖਿਆ ਵੀ ਟਿਕਿਆ ਹੋਵੇ? ਹਵਾ ਦੇ ਨਾਲ ਏਦਾਂ ਏਦਾਂ ਹਿਲਦਾ ਰਹਿੰਦਾ। ਉਹਦਾ ਉਹ ਧਰਮ ਹੈ। ਉਹਨੇ ਹਿੱਲ ਕੇ ਏਦਾਂ ਲੋਕਾਂ ਨੂੰ, ਦੁਨੀਆ ਨੂੰ ਸੰਬੋਧਨ ਕਰਕੇ ਕਹਿਣਾ, ਆਓ ਭਾਈ ਜਿਹਨੂੰ ਗੁਰੂ ਕਾ ਲੰਗਰ ਚਾਹੀਦਾ ਭੋਜਨ ਛਕੋ। ਉਹ ਸੰਕੇਤ ਕਰਦਾ। ਪਿੱਪਲ ਦਾ ਪੱਤਾ ਹੈ, ਪਿੱਪਲ ਦਾ ਬੂਟਾ ਹੁੰਦਾ ਹੈ, ਉਹਦਾ ਜਦੋਂ ਤੁਸੀਂ ਦਰਖਤ ਵੇਖੋ ਉਹਦਾ ਪੱਤਾ ਕਦੇ ਰੁਕਦਾ ਨਹੀਂ, ਉਹ ਹਿਲਦਾ ਰਹਿੰਦਾ ਹੈ। ਦੀਵੇ ਦੀ ਸ਼ਿਖਾ ਹੋਵੇ ਉਹ ਵੀ ਕਦੇ ਟਿਕਦੀ ਨਹੀਂ। ਭੂਤ ਦੀ ਅਗਨੀ ਵੀ ਇੱਕ ਜਗ੍ਹਾ ਤੇ ਨਹੀਂ ਰਗਦੀ, ਉਹ ਵੀ ਭੂਤ ਅਗਨੀ ਵੀ ਜਿਹੜੀ ਹੈ ਉਹ ਵੀ ਟਿਕਦੀ ਨਹੀਂ। ਇਸੇ ਤਰ੍ਹਾਂ ਸਾਡੇ ਮਨ ਦਾ ਜਿਹੜਾ ਸੁਭਾਅ ਹੈ ਉਹ ਚੰਚਲਤਾ ਹੈ। ਚੰਚਲਤਾ ਨੂੰ ਧਾਰਨ ਕਰਕੇ ਟਿਕਦਾ ਨਹੀਂ, ਇਹ ਟਿਕਾ ਵਿੱਚ ਨਹੀਂ ਆਉਂਦਾ। ਰਵ ਕੇ ਅਗਰ ਤਿਰਵਰਾ ਜੈਸੇ। ਜਿਵੇਂ ਸੂਰਜ ਦੇ ਸਾਹਮਣੇ ਇੱਕ ਛੋਟਾ ਜਿਹਾ ਕਿਣਕਾ ਨਹੀਂ ਹੁੰਦਾ ਕੋਈ ਰੇਤਾ ਦਾ ਪਿਆ ਹੋਇਆ, ਤੇ ਸੂਰਜ ਦੀਆਂ ਕਿਰਨਾਂ ਦੇ ਨਾਲ ਉਹ ਕਿਣਕਾ ਚਮਕਣ ਲੱਗਦਾ ਹੈ। ਮਨ ਸਰੂਪ ਸੂਖਮ ਲਖ ਤੈਸੇ। ਇਸੇ ਤਰ੍ਹਾਂ ਜਿਹੜਾ ਮਨ ਦਾ ਸਵਰੂਪ ਹੈ ਇਹ ਬੜਾ ਸੂਖਸ਼ਮ ਹੈ। ਇਹਦੇ ਵਿੱਚ ਵੀ ਚੇਤਨ ਦਾ ਆਭਾਸ ਪਿੱਛੋਂ ਨਜ਼ਰ ਆਉਂਦਾ ਹੈ। ਇੰਦਰੇ ਗਿਆਨ ਉਪਾਵਨ ਹਾਰੋ। ਇੰਦਰੀਆਂ ਦਾ ਜਿਹੜਾ ਗਿਆਨ ਹੈ ਉਹ ਮਨ ਹੀ ਉਪਾਵਨਹਾਰਾ ਹੈ। ਮਨ ਤੇ ਬਿਨਾ ਨ ਅਪਰ ਵਿਚਾਰੋ। ਇੰਦਰੀਆਂ ਦੁਆਰਾ ਜਿਹੜਾ ਗਿਆਨ ਅੰਦਰ ਆਉਂਦਾ ਉਹ ਸਾਡੇ ਮਨ ਤੱਕ ਪਹੁੰਚਦਾ, ਜਾਂ ਇਸ ਤਰ੍ਹਾਂ ਕਹਿ ਲਈਏ ਮਨ ਹੀ ਸਾਡੀਆਂ ਇੰਦਰੀਆਂ ਦਾ ਪ੍ਰੇਰਕ ਹੈ। ਤੋਚਾ ਕੇ ਸੰਗ ਸਪਰਸ਼ ਹੋਏ ਮਨ। ਜਦੋਂ ਸਾਡਾ ਮਨ ਸਾਡੀ ਚਮੜੀ ਦੇ ਨਾਲ ਮਿਲਿਆ ਹੁੰਦਾ, ਕਿਉਂਕਿ ਮਨ ਕੋਈ ਸਰੀਰ ਦਾ ਪਾਰਟ ਨਹੀਂ ਹੈ। ਆਪਾਂ ਕਹਿ ਦਿੰਦੇ ਆ ਵੀ ਮੇਰਾ ਦਿਲ ਕਰਦਾ ਹੈ, ਵੈਸੇ ਦਿਲ ਕੁਝ ਨਹੀਂ। ਦਿਲ ਦਾ ਤਾਂ ਇੱਕੋ ਕੰਮ ਹੈ ਪੰਪ ਕਰਨਾ, ਉਹਨੇ ਖੂਨ ਦਾ ਪੰਪ ਕਰਨਾ, ਉਹਦਾ ਕੰਮ ਹੈ। ਉਹ ਤਾਂ ਇੱਕ ਜੜ, ਕੋਈ ਸਾਡੇ ਸਰੀਰ ਦਾ ਇੱਕ ਹਿੱਸਾ ਹੈ, ਉਹ ਕੇਵਲ ਪੰਪ ਕਰਦਾ, ਦਿਲ ਕੁਝ ਨਹੀਂ ਕਰਦਾ। ਹੋਰ ਬਾਕੀ ਜੋ ਕੁਝ ਕਰਦਾ ਉਹ ਮਨ ਕਰਦਾ ਹੈ, ਮਨ ਦਾ ਸੰਕਲਪ ਹੈ, ਦਿਲ ਨਹੀਂ ਕੁਝ ਕਰਿਆ ਕਰਦਾ। ਦਿਲ ਦਾ ਤਾਂ ਜਿਵੇਂ ਕੋਈ ਆਮ ਪਸ਼ੂ ਜਾਨਵਰਾਂ ਦੇ ਦਿਲ ਹੁੰਦੇ ਆ, ਉੱਦਾਂ ਦਾ ਮਨੁੱਖ ਦਾ ਦਿਲ ਹੈ। ਉਹਨਾਂ ਦਾ ਵੀ ਦਿਲ ਜਿਹੜਾ ਉਹ ਪੰਪ ਕਰਦਾ, ਸਾਡਾ ਵੀ।
ਸਾਡੇ ਅੰਦਰ ਵਾਧਾ ਵੀ ਸਾਡੇ 'ਚ ਮਨ ਹੈ। ਜਾਨਵਰਾਂ ਤੇ ਪਸ਼ੂਆਂ ਵਿੱਚ ਮਨ ਨਹੀਂ ਹੁੰਦਾ, ਉਹ ਅਚੇਤ ਹੁੰਦੇ ਨੇ, ਉਹਨਾਂ ਅੰਦਰ ਗਿਆਨ ਨਹੀਂ ਹੈ। ਖੈਰ ਇੱਥੇ ਕਹਿੰਦੇ ਜਦੋਂ ਸਾਡਾ ਜਿਹੜਾ ਮਨ ਹੈ ਇਹ ਜਦੋਂ ਚਮੜੀ ਦੇ ਨਾਲ ਮਿਲ ਜਾਂਦਾ ਹੈ, ਜਦੋਂ ਇਹ ਚਮੜੀ ਦੇ ਨਾਲ ਮਿਲਦਾ ਤੇ ਉਸ ਵੇਲੇ ਫਿਰ ਚਮੜੀ ਨਾਲ ਸਪਰਸ਼ ਹੁੰਦਾ ਹੈ, ਉਹ ਸਾਡੇ ਮਨ ਨੂੰ ਪਤਾ ਲੱਗਦਾ ਵੀ ਹੁਣ ਸਪਰਸ਼ ਹੋ ਰਿਹਾ ਹੈ। ਹਾਂਜੀ, ਪੰਚੋ ਗਿਆਨ ਉਪਾਵਨ ਤਤ ਚਿਨ। ਪੰਜਾਂ ਗਿਆਨ ਇੰਦਰੀਆਂ ਦੇ ਵਿੱਚ ਜਿਹੜਾ ਗਿਆਨ ਪੈਦਾ ਕਰਦਾ ਉਹ ਸਾਡਾ ਮਨ ਹੈ। ਚਮੜੀ ਨਾਲ ਸਪਰਸ਼ ਦਾ ਗਿਆਨ ਸਾਡੇ ਮਨ ਕਰਕੇ ਹੋਇਆ। ਸੁਖੋਪਤੀ ਮੈਂ ਇੱਕ ਨਾੜੀ ਮਝਾਰੇ। ਔਰ ਜਦੋਂ ਅੱਖਾਂ ਦੇ ਵਿੱਚ ਆਉਂਦਾ ਉਦੋਂ ਰੂਪ ਦਾ ਗਿਆਨ ਹੁੰਦਾ, ਜਦੋਂ ਕੰਨਾਂ ਵਿੱਚ ਆਉਂਦਾ ਉਦੋਂ ਸੁਣਨ ਦਾ ਗਿਆਨ ਹੁੰਦਾ, ਜਦੋਂ ਜ਼ੁਬਾਨ ਤੇ ਆਉਂਦਾ ਉਦੋਂ ਚਖਣ ਦਾ, ਜਦੋਂ ਨਾਸਕਾ ਵਿੱਚ ਆਉਂਦਾ ਉਦੋਂ ਫਿਰ ਸੁਗੰਧੀ ਦਾ। ਇਦਾਂ ਇਹਨੂੰ ਗਿਆਨ ਹਾਸਲ ਹੁੰਦਾ। ਜਦੋਂ ਅਸੀਂ ਗੂੜੀ ਨੀਂਦ 'ਚ ਹੁੰਨੇ ਆ ਉਦੋਂ ਮਨ ਕਿੱਥੇ ਜਾਂਦਾ? ਸਵਾਲ ਫਿਰ ਹੈ। ਜਾਗਰਤ ਵਿੱਚ ਤਾਂ ਸਾਡਾ ਇਹ ਮਨ ਇਹਨਾਂ ਇੰਦਰੀਆਂ ਵਿੱਚ ਵਸਦਾ, ਗਿਆਨ ਇੰਦਰੀਆਂ ਵਿੱਚ, ਕਰਮ ਇੰਦਰੀਆਂ ਵਿੱਚ। ਪਰ ਜਦੋਂ ਅਸੀਂ ਗੂੜੀ ਨੀਂਦ ਵਿੱਚ ਹੁੰਨੇ ਆ ਉੱਥੇ ਮਨ ਕਿੱਥੇ ਹੁੰਦਾ? ਸਵਾਲ ਤਾਂ ਹੈ ਨਾ। ਭਾਈ ਸਾਹਿਬ ਦੱਸਦੇ ਆ, ਭਾਈ ਦਇਆ ਸਿੰਘ ਜੀ ਕਹਿੰਦੇ ਉਸ ਵਕਤ ਸਾਡੇ ਕੰਠ ਦੇ ਵਿੱਚ ਇੱਕ ਬਹੁਤ ਹੀ ਸੂਖਸ਼ਮ ਨਾੜੀ ਹੈ, ਉਹਦੇ ਵਿੱਚ ਚਲਾ ਜਾਂਦਾ। ਸੁਖੋਪਤੀ ਦੀ ਜਿਹੜੀ ਨਾੜੀ ਹੈ ਉਹਦੇ ਵਿੱਚ ਚਲਾ ਜਾਂਦਾ। ਸਾਡੇ ਸਰੀਰ ਦੇ ਵਿੱਚ ਨਾੜੀਆਂ ਦਾ ਇਤਨਾ ਸਮੁਦਾਇ ਹੈ ਕਿ ਸਾਰਾ ਸਰੀਰ ਨਾੜੀਆਂ ਨਾਲ, ਧਮਨੀਆਂ ਨਾਲ ਭਰਿਆ ਹੋਇਆ। ਯੋਗੀਆਂ ਨੇ ਇਹਦੀ ਗਿਣਤੀ ਕੀਤੀ। ਜਦੋਂ ਸਰੀਰ ਦੀਆਂ ਨਾੜੀਆਂ ਨੂੰ ਇੱਕ ਇੱਕ ਨੂੰ ਗਿਣਿਆ ਵੀ ਕਿੰਨੀਆਂ ਨਾੜੀਆਂ ਨੇ ਸਰੀਰ 'ਚ, ਉਹ ਸਾਧਨਾ ਨਾਲ ਉਹਨਾਂ ਨੇ ਜਾਣਿਆ। ਆਪਰੇਸ਼ਨ ਕਰਕੇ ਨਹੀਂ ਵੇਖਿਆ ਵੀ ਕਿੰਨੀਆਂ ਨਾੜੀਆਂ ਨੇ, ਅੰਦਰ ਹੀ ਉਹਨਾਂ ਨੇ ਧਿਆਨ ਦੀ ਮੁਦਰਾ ਵਿੱਚ ਬਹਿ ਕੇ ਗਿਣਤੀ ਮਿਣਤੀ ਕੀਤੀ ਤਾਂ ਉਹਨਾਂ ਦੀ ਕੁੱਲ ਗਿਣਤੀ ਹੋਈ 72 ਕਰੋੜ 20 ਲੱਖ 219 ਨਾੜੀਆਂ ਦਾ ਸਰੀਰ ਹੈ। ਕਿਤਨੀਆਂ ਨਾੜੀਆਂ ਨੇ ਸਾਡੇ ਸਰੀਰ ਵਿੱਚ, ਧਮਨੀਆਂ, ਜਿੰਨਾ ਨਰਵਸ ਸਿਸਟਮ ਹੈ ਸਾਡੇ ਸਰੀਰ ਦਾ। ਉਹਦੇ ਵਿੱਚ ਇੱਕ ਨਾੜੀ ਐਸੀ ਵੀ ਹੈ ਜਦੋਂ ਅਸੀਂ ਗੂੜੀ ਨੀਂਦ 'ਚ ਚਲੇ ਜਾਂਦੇ ਆ ਸਾਡਾ ਮਨ ਉਹਦੇ 'ਚ ਚਿਪਕ ਜਾਂਦਾ, ਜਾ ਕੇ ਉੱਥੇ ਚਲਾ ਜਾਂਦਾ, ਤਾਂ ਗੂੜੀ ਨੀਂਦ ਆਉਂਦੀ ਹੈ। ਜੇ ਮਨ ਰਹੇ ਤੇ ਫਿਰ ਨੀਂਦ ਨਹੀਂ ਆਉਂਦੀ, ਫਿਰ ਸੁਪਨਾ ਆਏਗਾ ਜਾਂ ਜਾਗਦੇ ਰਹਾਂਗੇ। ਪਰ ਜਦੋਂ ਮਨ ਉਸ ਸੁਖੋਪਤੀ ਦੀ ਗੂੜੀ ਨੀਂਦ ਵਿੱਚ ਸਰੀਰ ਦੀ ਹੀ ਇੱਕ ਨਾੜੀ ਦੇ ਵਿੱਚ ਇਹ ਚਲਾ ਜਾਂਦਾ ਹੈ। ਨੈ ਸਪਰਸ਼ ਤੁਚਾ ਸੋ ਤਵ ਤਾਰੇ। ਉਸ ਵੇਲੇ ਫਿਰ ਇਹ ਮਨ ਸਾਡੀ ਚਮੜੀ ਨਾਲ ਨਹੀਂ ਸਪਰਸ਼ ਕਰਦਾ, ਇਹ ਚਮੜੀ ਦੇ ਵਿੱਚ ਨਹੀਂ ਮਿਲਿਆ ਹੁੰਦਾ। ਲਪਟਿਓ ਰਹਿਤ ਨਾੜ ਕੇ ਮਾਈ। ਉਸੇ ਨਾੜੀ ਦੇ ਵਿੱਚ ਹੀ ਲਿਪਟਿਆ ਰਹਿੰਦਾ ਹੈ। ਪ੍ਰਾਪਤ ਤਬੇ ਗਿਆਨ ਕੀ ਨਾਈ। ਉਸ ਵੇਲੇ ਨੂੰ ਬਾਹਰਲੇ ਗਿਆਨ ਦੀ ਕੋਈ ਪ੍ਰਾਪਤੀ ਨਹੀਂ ਹੁੰਦੀ। ਕੋਲ ਕੌਣ ਬੈਠਾ ਹੈ ਇਹਨੂੰ ਨਹੀਂ ਪਤਾ, ਕੌਣ ਆਇਆ ਇਹਨੂੰ ਨਹੀਂ ਪਤਾ, ਬਾਹਰਲੇ ਗਿਆਨ ਦੀ ਇਹਨੂੰ ਪ੍ਰਾਪਤੀ ਨਹੀਂ ਹੁੰਦੀ। ਜਾਗਰਤ ਮੈਂ ਸਪਰਸ਼ ਤੁਚਾ ਹੋਏ। ਜਦੋਂ ਇਹ ਜਾਗਦਾ ਹੈ ਉਹ ਮਨ ਚਮੜੀ 'ਚ ਆ ਜਾਂਦਾ, ਸਾਡੇ ਸਰੀਰ ਦੀ ਚਮੜੀ ਦੇ ਨਾਲ ਫਿਰ ਉਹ ਸਪਰਸ਼ ਕਰਦਾ ਹੈ। ਗਿਆਨ ਪਾਏ ਸਭ ਕੇ ਤਬ ਸੋਏ। ਜਦੋਂ ਚਮੜੀ 'ਚ ਆ ਜਾਂਦਾ ਮਨ ਉਦੋਂ ਫਿਰ ਇਹ ਸਾਰੇ ਗਿਆਨ ਨੂੰ ਹਾਸਲ ਕਰਦਾ ਹੈ। ਅੱਖਾਂ ਵੇਖਣ ਦਾ, ਕੰਨ ਸੁਣਨ ਦਾ, ਫਿਰ ਇਹ ਸਾਰਾ ਗਿਆਨ ਇਹਨੂੰ ਪ੍ਰਾਪਤ ਹੁੰਦਾ ਹੈ। ਸੋਵੇਂ ਭਾਗ ਚੀਰੀਏ ਬਾਰ। ਪਰ ਇੱਕ ਸੁਪਨ ਅਵਸਥਾ ਵੀ ਹੈ, ਉਦੋਂ ਮਨ ਕਿੱਥੇ ਰਹਿੰਦਾ? ਫਿਰ ਇਹ ਵੀ ਪੁੱਛਿਆ। ਜਾਗਰਤ ਵਿੱਚ ਦੱਸ ਦਿੱਤਾ ਵੀ ਚਮੜੀ 'ਚ ਰਹਿੰਦਾ ਮਨ, ਗੂੜੀ ਨੀਂਦ ਦੇ ਵਿੱਚ ਸੁਖੋਪਤੀ 'ਚ ਸੁੱਤੇ ਪਏ ਆ ਉਦੋਂ ਮਨ ਉਸ ਨਾੜੀ 'ਚ ਚਿਪਕ ਜਾਂਦਾ ਹੈ, ਕੋਈ ਨਾੜੀ ਹੈ ਸਰੀਰ ਦੀ। ਪਰ ਜਿਹੜਾ ਸੁਪਨ ਦੀ ਅਵਸਥਾ ਹੈ ਵਿਚਕਾਰਲੀ, ਵੀ ਜਦੋਂ ਅਸੀਂ ਸੁਪਨਾ ਵੇਖਦੇ ਆ ਉਦੋਂ ਮਨ ਕਿੱਥੇ ਰਹਿੰਦਾ? ਹੁਣ ਉਹ ਦੱਸਦੇ ਨੇ, ਸੋਮੋ ਭਾਗ ਚੀਰੀਏ ਬਾਰ। ਸਾਡਾ ਜਿਹੜਾ ਕੇਸ, ਇੱਕ ਕੇਸ, ਉਸ ਕੇਸ ਤੋਂ 100 ਹਿੱਸੇ ਬਾਰੀਕ, ਜਿੰਨਾ ਹੁਣ ਵਾਲ ਕਿਤਨਾ ਬਾਰੀਕ ਹੁੰਦਾ ਕੇਸ ਸਾਡਾ, ਉਸ ਕੇਸ ਤੋਂ 100 ਹਿੱਸੇ ਬਾਰੀਕ ਇੱਕ ਨਾੜੀ ਹੈ।
ਅਸ ਅਤੀ ਸੂਖਮ ਹੈ ਇੱਕ ਨਾਰੀ। ਇਹੋ ਜੀ ਅਤੀ ਸੂਖਸ਼ਮ ਇੱਕ ਨਾੜੀ ਹੈ ਸਾਡੇ ਗਲੇ ਵਿੱਚ, ਸਾਡੇ ਕੰਠ ਵਿੱਚ। ਸੁਪਨੇ ਅਵਸਥਾ ਤਿਸ ਮੈਂ ਪਾਵੈ। ਉਸ ਵੇਲੇ ਸਾਡਾ ਮਨ ਉਹਦੇ 'ਚ ਚਲਾ ਜਾਂਦਾ ਤੇ ਜਿਹੜੀ ਸਵਪਨ ਦੀ ਅਵਸਥਾ ਹੈ ਉੱਥੇ ਹੀ ਹੁੰਦੀ ਆ। ਉੱਥੇ ਸਾਡਾ ਮਨ ਉਹਦੇ ਵਿੱਚ, ਜਦੋਂ ਜਾਗਦਾ ਉਦੋਂ ਚਮੜੀ ਵਿੱਚ, ਜਦੋਂ ਸੌਂ ਜਾਂਦਾ ਗੂੜੀ ਨੀਂਦ 'ਚ ਉਦੋਂ ਇੱਕ ਬਹੁਤ ਨਾੜੀ ਅੰਦਰ ਹੈ ਉਹਦੇ ਵਿੱਚ ਲਿਪਟ ਜਾਂਦਾ ਹੈ। ਪਰ ਜਦੋਂ ਸਵਪਨ ਦੀ ਅਵਸਥਾ ਉਦੋਂ ਇੱਕ ਸਾਡੇ ਗਲੇ ਵਿੱਚ ਨਾੜੀ ਹੈ ਜਿਹੜੀ ਵਾਲ ਨਾਲੋਂ 100 ਹਿੱਸੇ ਬਾਰੀਕ ਹੈ, ਉਹਦੇ 'ਚ ਚਲਾ ਜਾਂਦਾ ਹੈ। ਥਿਰ ਨਾੜੀ ਮੈਂ ਸਕਲ ਬਣਾਵੇਂ। ਉੱਥੇ ਟਿਕ ਕੇ ਸਾਰਾ ਸੁਪਨਾ ਬਣਾਉਂਦਾ। ਸੁਪਨੇ ਵਿੱਚ ਕਿੰਨਾ ਕੁਝ ਬਣ ਜਾਂਦਾ, ਸੁਪਨੇ 'ਚ ਕਿੰਨਾ ਕੁਝ ਦਿਸਦਾ, ਕਿੱਡਾ ਵੱਡਾ ਸੰਸਾਰ ਹੈ ਜਿਹੜਾ ਸੁਪਨੇ ਦਾ ਰਚਿਆ ਜਾਂਦਾ ਹੈ। ਉਸੇ ਨਾੜੀ ਵਿੱਚ ਬਹਿ ਕੇ ਮਨ ਉਹਦੀ ਰਚਨਾ ਕਰਦਾ ਹੈ। ਸਭ ਚਿਤ ਸਿੰਧੂ ਤਰਾ ਥਰ ਭਾਰੇ। ਉੱਥੇ ਸਾਰੀ ਧਰਤੀ ਹੈ, ਸਮੁੰਦਰ, ਧਰਤੀ, ਯਾਨੀ ਕਿ ਜਿਹੜੇ ਧਰਤੀ ਦੇ ਵੱਡੇ ਵੱਡੇ ਪਹਾੜ ਉਹ ਸੁਪਨੇ ਵਿੱਚ ਦਿਸਦੇ ਨੇ। ਸੂਰਜ ਚੰਦ ਗਗਨ ਗਨ ਤਾਰੇ। ਸੂਰਜ, ਚੰਦਰਮਾ, ਆਕਾਸ਼, ਤਾਰੇ, ਕਿੰਨਾ ਕੁਝ ਸੁਪਨੇ ਵਿੱਚ ਨਜ਼ਰ ਆਉਂਦਾ ਹੈ। ਸ਼ਕਤ ਬ੍ਰਹਮੰਡ ਰਚਨ ਕੀ ਹੋਏ। ਕਹਿੰਦੇ ਉਸ ਸਵਪਨ ਅਵਸਥਾ ਵਿੱਚ ਮਨ ਕੋਲ ਇੰਨੀ ਸ਼ਕਤੀ ਹੁੰਦੀ ਆ ਵੀ ਪੂਰੇ ਬ੍ਰਹਮਾਂਡ ਦੀ ਰਚਨਾ ਕਰ ਸਕਦਾ ਹੈ। ਔਰ ਪੂਰੇ ਬ੍ਰਹਮੰਡ ਦੀ ਰਚਨਾ ਕਰਦਾ ਹੈ ਉਸ ਵੇਲੇ ਉਹ ਮਨ। ਸੂਖਮ ਵਿਖੇ ਥੂਲ ਇਮ ਜੋਏ। ਕਹਿੰਦੇ ਏਦਾਂ ਸੂਖਮ ਦੇ ਵਿੱਚ ਜਿਹੜੀ ਅੰਦਰ ਦੀ ਇਹ ਬ੍ਰਹਮੰਡ ਦੀ ਰਚਨਾ ਕਰਦਾ ਹੈ, ਜਾਗਰਤ ਵਿੱਚ ਵੀ ਇਹ ਮਨ ਹੀ ਸੰਸਾਰ ਦੀ ਰਚਨਾ ਕਰਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸੁਪਨੇ ਵਿੱਚ ਵੀ ਮਨ ਨੇ ਹੀ ਰਚਿਆ ਨਾ ਸਾਰਾ ਕੁਝ। ਧਰਤੀ ਮਨ ਨੇ ਬਣਾਈ, ਸੁਪਨੇ ਵਿੱਚ ਆਕਾਸ਼, ਤਾਰੇ, ਸਭ ਮਨ ਨੇ ਰਚਿਆ। ਪਰ ਜਦੋਂ ਸਥੂਲ ਰੂਪ ਦੇ ਵਿੱਚ ਅਸੀਂ ਵਰਤਦੇ ਹਾਂ, ਹੁਣ ਜਾਗਰਤ ਵਿੱਚ ਵੀ ਆ ਜਿੰਨਾ ਸੰਸਾਰ ਹੈ ਸਾਡਾ ਮਨ ਹੀ ਬਣਾਈ ਬੈਠਾ ਹੈ। ਇਹ ਵੀ ਮਨ ਨੇ ਹੀ ਬਣਾਇਆ ਨਾ। ਜੇ ਮਨ ਹੈ ਤਾਂ ਇਹ ਸੰਸਾਰ ਨਜ਼ਰ ਆਉਂਦਾ। ਹਾਂਜੀ, ਜਿਮ ਸੁਪਨਾ ਜੀਵਾਤਮਾ ਕੇਰਾ। ਜਿਵੇਂ ਕਿਸੇ ਜੀਵ ਆਤਮਾ ਦਾ ਸੁਪਨਾ ਹੁੰਦਾ ਹੈ, ਜੋ ਚਾਹੇ ਰਚ ਲੇਤ ਬਡੇਰਾ। ਸੁਪਨੇ 'ਚ ਇਹਨੂੰ ਜੋ ਚਾਹੀਦਾ ਇਹ ਰਚ ਲੈਂਦਾ ਹੈ। ਤਿਮ ਈਸ਼ਵਰ ਕੋ ਸਪਨਾ ਆਹੇ। ਕਹਿੰਦੇ ਜੀਵ ਆਤਮਾ ਦਾ ਜਿਹੜਾ ਸੁਪਨਾ ਹੈ ਉਹ ਸਾਡੇ ਅੰਦਰ ਜਿਹੜਾ ਅਸੀਂ ਸੁਪਨਾ ਵੇਖਦੇ ਹਾਂ ਉਹ ਅਸੀਂ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਆਪਣੇ ਅੰਦਰ ਸੁਪਨੇ 'ਚ ਰਚ ਲੈਂਦੇ ਹਾਂ। ਪਰ ਆ ਜਿਹੜਾ ਸੰਸਾਰ ਹੈ ਇਹ ਈਸ਼ਵਰ ਦਾ ਸੁਪਨਾ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਅਸੀਂ ਜਿਹੜਾ ਸੁਪਨਾ ਵੇਖਿਆ ਉਹ ਸਾਡੀ ਸੁਪਨੇ ਦੀ ਅੰਦਰ ਦੀ ਰਚਨਾ ਅਸੀਂ ਕੀਤੀ। ਆ ਜਿਹੜਾ ਬਾਹਰਲਾ ਸੰਸਾਰ ਇਹ ਵੀ ਸੁਪਨਾ ਹੈ ਪਰ ਇਹ ਈਸ਼ਵਰ ਦਾ ਸੁਪਨਾ ਹੈ। ਇਹ ਈਸ਼ਵਰ ਦੇ ਸੁਪਨੇ ਦੀ ਰਚਨਾ ਹੈ। ਵਿਦ ਪਰਪੰਚ ਜੇ ਤਕ ਦ੍ਰਿਸ਼ ਲਹੇ। ਜਿਤਨਾ ਵੀ ਪਰਪੰਚ ਨਜ਼ਰੀ ਆਉਂਦਾ ਹੈ, ਇਸ ਜਗ ਮੈਂ ਸਭ ਜੀਵ ਦੁਖਾਰੇ। ਇਹ ਸਾਰਾ ਪਰਪੰਚ ਉਸ ਈਸ਼ਵਰ ਦੀ ਰਚਨਾ, ਉਹਦਾ ਸੁਪਨਾ ਹੈ। ਇਸ ਪਰਪੰਚ ਵਿੱਚ ਜੀਵ ਦੁਖੀ ਹਨ। ਬਸ ਅਗਿਆਨ ਬੰਦ ਮੈਂ ਭਾਰੇ। ਉਹ ਅਗਿਆਨ ਦੇ ਵਸ ਹੋ ਕਰਕੇ ਭਾਰੀ ਬੰਧਨ ਵਿੱਚ ਪਏ ਹੋਏ ਨੇ। ਜਿਵੇਂ ਸੁਪਨੇ ਵਿੱਚ ਕੋਈ ਦੁਖੀ ਹੁੰਦਾ ਹੈ ਪਰ ਜਦੋਂ ਉਹਨੂੰ ਪਤਾ ਲੱਗੇ ਵੀ ਇਹ ਤਾਂ ਸੁਪਨਾ, ਇਸੇ ਤਰ੍ਹਾਂ ਇਹ ਸੰਸਾਰ ਵੀ ਸੁਪਨਾ ਹੈ। ਜਦੋਂ ਤੱਕ ਇਹਦੇ ਵਿੱਚ ਜੀਵ ਬੰਧਨ 'ਚ ਪਿਆ ਹੋਇਆ ਤਾਂ ਦੁਖੀ ਹੈ। ਅਤ ਸੰਕਟ ਤੇ ਤਨ ਕੋ ਤਜੇ। ਔਰ ਇਸੇ ਸੁਪਨੇ ਦੇ ਸੰਕਟ ਵਿੱਚ ਇਹ ਆਪਣੇ ਤਨ ਨੂੰ ਤਿਆਗ ਦਿੰਦਾ ਹੈ। ਅਖੀਰ ਨੂੰ ਸਾਰੀ ਜ਼ਿੰਦਗੀ ਦੁੱਖ ਭੋਗਦਾ ਸਰੀਰ ਤਿਆਗ ਦਿੰਦਾ ਹੈ। ਅਗ ਤੇ ਦੂਤ ਸਾਸ ਨਾ ਸਜੇ। ਜਦੋਂ ਪਾਪ ਕਰਮ ਕੀਤੇ ਹੁੰਦੇ ਨੇ ਸਾਰੀ ਜ਼ਿੰਦਗੀ 'ਚ, ਉਹਨਾਂ ਪਾਪਾਂ ਦੇ ਕਰਮਾਂ ਕਰਕੇ ਦੂਤ, ਜਮ ਦੂਤ ਜਿਹੜੇ ਨੇ ਉਹ ਇਹਨੂੰ ਫਿਰ ਭਿਆਨਕ ਸਜ਼ਾ ਦਿੰਦੇ ਐ। ਬਹੁਤ ਜ਼ਿਆਦਾ ਭਿਆਨਕ ਪ੍ਰਤਾੜਨਾ ਕਰਦੇ ਐ, ਇਹਨੂੰ ਸਜ਼ਾ ਦਿੰਦੇ ਹਨ ਇਹਦੇ ਮਾੜੇ ਕਰਮਾਂ ਦੀ। ਨਾਨਾ ਨਰਕਨ ਕਸ਼ਟ ਭੋਗਾਵੇ। ਨਰਕ ਇੱਕ ਤਰ੍ਹਾਂ ਦਾ ਨਹੀਂ, ਕਈ ਤਰ੍ਹਾਂ ਦੇ ਨੇ ਔਰ ਕਈ ਤਰ੍ਹਾਂ ਦੇ ਨਰਕਾਂ ਵਿੱਚ ਇਹਨੂੰ ਸੁੱਟਿਆ ਜਾਂਦਾ ਹੈ। ਜਿਤਨੇ ਨਰਕ ਸੇ ਮਾਨਵਕ ਪੁੰਚ ਹੈ।
ਉਹ ਮਨਮੁਖਾਂ ਨੂੰ ਫਿਰ ਅਨੇਕ ਪ੍ਰਕਾਰ ਦੇ ਨਰਕਾਂ ਵਿੱਚ ਕਸ਼ਟ ਭੁਗਾਏ ਜਾਂਦੇ ਉਹਨਾਂ ਦੇ ਮਾੜੇ ਕਰਮਾਂ ਕਰਕੇ। ਅਗ ਫਲ ਭੋਗੇ ਵੈਰ ਨਿਕਸਾਵੈ। ਜਦੋਂ ਆਪਣੇ ਪਾਪਾਂ ਦਾ ਫਲ ਭੋਗਦੇ ਆ ਫਿਰ ਨਰਕ ਵਿੱਚੋਂ ਬਾਹਰ ਨਿਕਲਦੇ ਨੇ। ਤਿਮਹੀ ਨਾਨਾ ਸੁਖ ਕੋ ਦੇਤ। ਫਿਰ ਜਿਹੜੇ ਕੋਈ ਚੰਗੇ ਕਰਮ ਕੀਤੇ ਹੁੰਦੇ ਨੇ ਉਹਨਾਂ ਦਾ ਫਿਰ ਇਹਨਾਂ ਨੂੰ ਸੁਖ ਪ੍ਰਾਪਤ ਹੁੰਦਾ ਹੈ। ਕਰਤ ਪੁੰਨ ਜੋ ਰਹੇ ਸੁਚੇਤ। ਜਿਹੜੇ ਸੁਚੇਤ ਹੋ ਕੇ ਪੁੰਨ ਕਰਮ ਕਰਦੇ ਰਹੇ। ਪਾਪੀ ਪੁੰਨੀ ਦੁਖ ਸੁਖ ਪਾਏ। ਅਸਲ ਵਿੱਚ ਮਨੁੱਖ ਦੇ ਦੁੱਖ ਤੇ ਸੁੱਖ ਦਾ ਜਿਹੜਾ ਬੀਜ ਹੈ ਉਹ ਪਾਪ ਤੇ ਪੁੰਨ ਹਨ। ਪਾਪਾਂ ਦਾ ਫਲ ਦੁੱਖ ਹੈ ਔਰ ਪੁੰਨਾਂ ਦਾ ਫਲ ਸੁਖ ਹੈ। ਚੰਦ ਅੰਸ਼ ਮੈਂ ਪੁੰਨ ਮਿਲ ਜਾਏ। ਕਹਿੰਦੇ ਜਦੋਂ ਇਹ ਸੰਸਾਰ ਵਿੱਚ ਜੀਵ ਆਉਂਦਾ, ਵੇਖੋ ਇੱਥੇ ਜਨਮ ਦਾ ਦੁੱਖ ਕਿੰਨਾ ਭਿਆਨਕ ਹੈ ਉਹ ਵਿਖਾਉਂਦੇ ਆ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਨਮ ਤੇ ਮਰਨ ਦਾ ਦੁੱਖ ਕਿਤਨਾ ਭਿਆਨਕ ਹੈ ਉਹ ਭਾਈ ਸਾਹਿਬ ਹੁਣ ਦ੍ਰਿਸ਼ਟਾਂਤ ਕਰਕੇ ਵਿਖਾਣ ਲੱਗੇ ਹੈ। ਰੂਹ ਕੰਬ ਜਾਂਦੀ ਹੈ ਜਦੋਂ ਇਸ ਜਨਮ ਦੇ ਦੁੱਖ ਦੀ ਪੀੜਾ ਦੇ ਹਿਰਦੇ ਵਿੱਚ ਸਿਮਰਤੀ ਵਿੱਚ ਲੈ ਕੇ ਆਈਏ। ਤਦੇ ਤਾਂ ਮਹਾਂਪੁਰਸ਼ਾਂ ਨੇ ਬੇਨਤੀ ਕਰ ਕਰਕੇ ਕਿਹਾ, ਵਾਹਿਗੁਰੂ ਸਾਡਾ ਜਨਮ ਮਰਨ ਕੱਟ ਦਿਓ। ਕਹਿੰਦੇ ਜਦੋਂ ਇਹ ਜੀਵ ਸੰਸਾਰ ਵਿੱਚ ਆਉਂਦਾ ਹੈ ਇਹਦੇ ਕਰਮਾਂ ਦੇ ਮੁਤਾਬਕ ਇਹਨੂੰ ਫਲ ਪਹਿਲਾਂ ਨਰਕਾਂ ਸੁਰਗਾਂ ਦੇ ਮਿਲੇ, ਫਿਰ ਚੰਦਰਮਾ ਦੀਆਂ ਕਿਰਨਾਂ ਦੁਆਰਾ ਆਉਂਦਾ, ਇਹਨੂੰ ਚੰਦਰਮਾ ਦੀਆਂ ਰੇਸ਼ਮਾਂ 'ਚ ਪਾ ਦਿੱਤਾ ਜਾਂਦਾ। ਇਹਦੇ 'ਚ ਲੋਜਿਕ ਹੈ। ਕਈ ਪੁੱਛਦੇ ਹੁੰਦੇ ਆ ਵੀ ਲੋਜਿਕ ਕੀ ਹੈ। ਦਰਅਸਲ ਜਿਤਨੇ ਵੀ ਬਨਸਪਤੀ ਆ ਉਹ ਚੰਦਰਮਾ ਕਰਕੇ ਉਹਨਾਂ ਸਾਰੀ ਬਨਸਪਤੀ ਵਿੱਚ ਰਸ ਹੈ। ਜਿਹੜਾ ਅਸੀਂ ਅੰਨ ਖਾਂਦੇ ਆ, ਫਲ ਖਾਂਦੇ ਆ, ਜੋ ਕੁਝ ਵੀ ਖਾ ਰਹੇ ਆ, ਉਹਦੇ ਵਿੱਚ ਜਿਹੜਾ ਰਸ ਹੈ ਉਹ ਚੰਦਰਮਾ ਭਰਦਾ। ਜੇ ਚੰਦਰਮਾ ਨਾ ਹੋਵੇ ਤੇ ਬਨਸਪਤੀ ਨਹੀਂ ਹੋ ਸਕਦੀ, ਅੰਨ ਪੈਦਾ ਨਹੀਂ ਹੋ ਸਕਦਾ, ਫਲ ਪੈਦਾ ਨਹੀਂ ਹੋ ਸਕਦੇ, ਕਿਉਂਕਿ ਉਹਨਾਂ ਵਿੱਚ ਰਸ ਭਰਨ ਦਾ ਕੰਮ ਚੰਦਰਮਾ ਦਾ ਹੈ। ਮਹਾਂਪੁਰਸ਼ ਇਹ ਦੱਸਦੇ ਆ ਵੀ ਜੀਵ ਸਭ ਤੋਂ ਪਹਿਲਾਂ ਚੰਦਰਮਾ ਦੀਆਂ ਰਿਸਮਾਂ ਦੁਆਰਾ ਅੰਨ ਵਿੱਚ ਆਉਂਦਾ। ਜਿਹੜਾ ਅੰਨ ਹੈ, ਅਨਾਜ ਹੈ, ਉਹਦੇ ਵਿੱਚ ਉਹ ਜੀਵ ਆਉਂਦਾ ਹੈ। ਤਿੰਨ ਦੁਆਰਾ ਅਨਨ ਮਾਏ ਆਵੇ। ਕਹਿੰਦੇ ਚੰਦਰਮਾ ਦੀਆਂ ਰਿਸਮਾਂ ਦੁਆਰਾ ਅੰਨ ਵਿੱਚ ਆਉਂਦਾ। ਤਦੇ ਤੇ ਗੁਰਦੇਵ ਨੇ ਬਚਨ ਕਹੇ ਨੇ, ਜੇਤੇ ਦਾਣੇ ਅੰਨ ਕੇ ਜੀਆਂ ਬਾਝ ਨਾ ਕੋਏ। ਜਿਤਨੇ ਵੀ ਅੰਨ ਦੇ ਦਾਣੇ ਨੇ ਸਭ 'ਚ ਜੀਵ ਹੈ। ਉਹ ਜੀਵ ਆਤਮਾ ਆਈ ਹੋਈ ਹੈ ਜਿਹੜੀ ਚੰਦਰਮਾ ਦੀਆਂ ਰਿਸ਼ਮਾਂ ਦੁਆਰਾ ਅੰਨ ਵਿੱਚ ਪਹੁੰਚੀ। ਚਾਕੀ ਮੂਸਲ ਤੇ ਦੁੱਖ ਪਾਵੇ। ਫਿਰ ਖੇਤਾਂ ਵਿੱਚ ਜਦੋਂ ਉਹ ਅੰਨ ਪੱਕਦਾ ਹੈ, ਚੱਕੀ ਨਾਲ ਪੀਸਿਆ ਜਾਂਦਾ, ਮੂਸਲ ਨਾਲ ਉਹਨੂੰ ਕੁੱਟਿਆ ਜਾਂਦਾ। ਹੁੰਦਾ ਤਾਂ ਜੀਵ ਹੀ ਹੈ ਨਾ। ਵੇਖੋ ਕਿੱਡਾ ਵੱਡਾ ਭਿਆਨਕ ਦੁੱਖ ਹੈ ਜਨਮ ਦਾ। ਕਹਿੰਦੇ ਚੱਕੀ ਦੇ ਪੁੜਾਂ ਥੱਲੇ ਫਿਰ ਇਹਨੂੰ ਚਿੱਥਿਆ ਜਾਂਦਾ, ਮਲਿਆ ਜਾਂਦਾ, ਦਰੜਿਆ ਜਾਂਦਾ, ਪੀਸਿਆ ਜਾਂਦਾ, ਫਿਰ ਜਾਂ ਮੂਸਲ ਵਿੱਚ ਪਾ ਕੇ ਕੁੱਟਿਆ ਜਾਂਦਾ। ਅਗਨੀ ਵਿਖੇ ਪਕਾਵਤ ਫੇਰ। ਸੰਨ ਨੂੰ ਅੱਗ ਦੇ ਉੱਤੇ ਤਪਾਤ ਪਾ ਕੇ ਪਕਾਇਆ ਜਾਂਦਾ। ਹੁੰਦਾ ਤਾਂ ਜੀਵ ਹੀ ਹੈ ਨਾ। ਫਿਰ ਅੱਗ ਦੇ ਉੱਤੇ ਇਹਨੂੰ ਚੰਗੀ ਤਰ੍ਹਾਂ ਤਪਾਇਆ ਜਾਂਦਾ। ਭੋਗੇ ਨਾਨਾ ਕਸ਼ਟ ਬਡੇਰ। ਨਾਨਾ ਪ੍ਰਕਾਰ ਦੇ ਕਸ਼ਟ ਭੋਗਦਾ ਹੈ ਜੀਵ। ਪੁਨ ਪ੍ਰਾਨੀ ਕੇ ਦਾੜਨ ਮਾਏ। ਫਿਰ ਇਹ ਬੰਦੇ ਦੀਆਂ, ਮਨੁੱਖ ਦੇ ਜਿੰਨੇ ਵੀ ਜੀਵ ਨੇ, ਉਹਨਾਂ ਦੀਆਂ ਫਿਰ ਦਾੜਾਂ ਥੱਲੇ ਆ ਕੇ ਫਿਰ ਇਹਨੂੰ ਚਿੱਥਿਆ ਜਾਂਦਾ। ਫਿਰ ਦਾੜਾਂ ਥੱਲੇ ਦੁੱਖ ਪਾਉਂਦਾ ਜਦੋਂ ਇਹਨੂੰ ਚਿੱਥਿਆ ਜਾਂਦਾ। ਜਿੱਥੇ ਬਹੁ ਪਾਤਨ ਤੇ ਦੁੱਖ ਪਾਏ। ਜਦੋਂ ਚਿੱਥਿਆ ਜਾਂਦਾ ਫਿਰ ਬਹੁ ਪ੍ਰਕਾਰ ਨਾਲ ਦੁੱਖ ਪਾਉਂਦਾ। ਉਦਰ ਵਿਖੇ ਜਠਰ ਅਗਨ ਤੇਜ। ਫਿਰ ਜਦੋਂ ਪੇਟ ਵਿੱਚ ਜਾਂਦਾ ਤੇ ਉੱਥੇ ਵੀ ਅੱਗ ਦੇ ਵਿੱਚ ਸੜਦਾ। ਜਠਰ ਅਗਨੀ, ਉਹ ਜਠਰ ਅਗਨੀ ਇਤਨੀ, ਉਹਦੇ ਵਿੱਚ ਜਿਹੜਾ ਲਾਵਾ ਹੁੰਦਾ ਸਾਡੇ ਪੇਟ ਦਾ, ਉਹ ਇਹੋ ਜਿਹਾ ਤੇਜ਼ਾਬੀ ਮਾਦਾ ਜਿਹੜਾ ਹੈ ਫਿਰ ਉਸ ਭੋਜਨ ਨੂੰ ਸਾੜਦਾ ਹੈ। ਜਠਰ ਅਗਨੀ ਜਿਹੜੀ ਹੈ ਫਿਰ ਉਸ ਅੰਨ ਨੂੰ ਸਾੜਦੀ ਹੈ। ਤੈ ਸੰਕਟ ਲੈ ਅਸਨ ਅਮੇਜ। ਫਿਰ ਉੱਥੇ ਮਿਲਿਆ ਹੋਇਆ ਕਿੱਡਾ ਕਸ਼ਟ ਭੋਗਦਾ ਜਠਰ ਅਗਨੀ ਵਿੱਚ। ਪੁਨ ਰਸ ਸੰਗ ਨਸਾ ਮੈਂ ਬਸੇ। ਫਿਰ ਉਸ ਅੰਨ ਦਾ ਰਸ ਬਣਦਾ। ਜਿਹੜਾ ਭੋਜਨ ਅਸੀਂ ਖਾਂਦੇ ਆ ਫਿਰ ਅੱਗ ਦੇ ਵਿੱਚ ਜਠਰ ਅਗਨੀ 'ਚ ਸੜ ਕੇ ਫਿਰ ਉਹਦਾ ਰਸ ਬਣਦਾ।
ਉਹ ਰਸ ਫਿਰ ਨਸਾਂ ਦੇ ਵਿੱਚ, ਸਰੀਰ ਦੀਆਂ ਜਿਹੜੀਆਂ ਨਸਾਂ ਨੇ ਉਹਨਾਂ ਵਿੱਚ ਫੈਲਦਾ ਹੈ। ਤਨ ਕੋ ਰੁਦਰ ਹੋਤ ਦੁਖ ਗ੍ਰਸੇ। ਉਹਨਾਂ ਨਾੜੀਆਂ ਵਿੱਚ ਭਟਕਦਾ ਭਟਕਦਾ ਫਿਰ ਉਸ ਰਸ ਦਾ ਖੂਨ ਬਣਦਾ। ਜਦੋਂ ਉਦੋਂ ਦੁੱਖ ਪਾਉਂਦਾ ਹੈ, ਰਸ ਤੋਂ ਫਿਰ ਖੂਨ ਬਣਦਾ ਹੈ, ਉਦੋਂ ਦੁੱਖ ਵਿੱਚ ਗਰਸਿਆ ਜਾਂਦਾ ਹੈ। ਬਹੁਰ ਸ਼੍ਰੋਨ ਤੇ ਆਮਿਕ ਬਨੇ। ਕਹਿੰਦੇ ਫੇਰ ਸ਼੍ਰੋਨ ਤੋਂ ਆਮਖ ਬਣ ਜਾਂਦਾ ਹੈ, ਫਿਰ ਮਾਸ ਦਾ ਰੂਪ ਧਾਰਨ ਕਰਦਾ ਹੈ। ਤਹਾਂ ਪਹੁੰਚ ਵੱਡ ਸੰਕਟ ਸਨੇ। ਜਦੋਂ ਖੂਨ ਤੋਂ ਮਿੱਝ ਤੋਂ ਫਿਰ ਸਰੀਰ ਦੀ ਜਿਹੜੀ ਚਮੜੀ ਉੱਥੇ ਤੱਕ ਜਦੋਂ ਪਹੁੰਚਦਾ ਹੈ, ਬਣਦਾ, ਕਈ ਪ੍ਰਕਾਰ ਦੇ ਦੁੱਖ ਭੋਗਦਾ, ਚਰਬੀ ਬਣਦਾ ਹੋਇਆ। ਸਨੇ ਸਨੇ ਪੁਨ ਮੇਦ ਮਝਾਰਾ। ਫਿਰ ਉਹ ਮੇਦ ਬਣਦਾ ਹੈ, ਉਹਨੂੰ ਮੇਦਾ ਕਹਿ ਦਿੰਦੇ ਹਨ, ਮਿੱਝ ਬਣਦਾ ਹੈ ਫਿਰ ਇਸ ਦਾ। ਤਾਹੀਂ ਬਸੇ ਸਭ ਰੀਤ ਦੁਖਾਰਾ। ਉੱਥੇ ਵੀ ਬੜਾ ਦੁਖੀ ਹੋ ਕੇ ਮਿੱਝ ਦੇ ਵਿੱਚ ਵਸਦਾ ਹੈ। ਅਸਥੀ ਮੈਂ ਮੁਸ਼ਕਲਤਾ ਪਾਏ। ਫਿਰ ਬੜੀ ਮੁਸ਼ਕਲ ਨਾਲ ਹੱਡੀਆਂ ਬਣਦਾ ਹੈ। ਉਹ ਜੀਵ ਹੀ ਹੈ ਜਿਹੜਾ, ਫਿਰ ਉਹ ਹੱਡੀ ਬਣਦਾ ਹੈ। ਉਹ ਹੱਡੀਆਂ ਦੇ ਵਿੱਚ ਆ ਕੇ 7 ਧਾਤਾਂ ਨੇ ਨਾ ਸਰੀਰ ਦੀਆਂ। ਭੋਜਨ ਨੂੰ ਰਸ ਬਣਨ ਵਿੱਚ, ਰਸ ਨੂੰ ਫਿਰ ਮਿੱਝ ਬਣਨ ਤੱਕ ਕਿੰਨਾ ਸਮਾਂ ਲੱਗਾ, ਕਿੰਨਾ ਦੁੱਖ ਭੋਗਿਆ, ਫਿਰ ਹੱਡੀਆਂ ਬਣਿਆ। ਇਮਈ ਸਪਤ ਧਾਤ ਮੈਂ ਜਾਏ। ਇਹ ਤਾਂ ਉਹ ਜੀਵ ਹੀ ਆ ਜਿਹੜਾ ਫਿਰ 7 ਧਾਤਾਂ ਨੇ ਸਰੀਰ ਦੀਆਂ, ਉਹਨਾਂ ਵਿੱਚ ਜਾਂਦਾ ਵਾਰੋ ਬੇਰੀ। ਪੁਨ ਬੀਰਜ ਕੇ ਮਿਲ ਕੇ ਸੰਗ। ਫਿਰ ਅਖੀਰਲੀ ਧਾਤ ਜਿਹੜੀ ਹੈ ਵੀਰਿਆ ਦੇ ਵਿੱਚ ਜਾ ਮਿਲਦਾ ਹੈ। ਪ੍ਰਾਨੀ ਕੇ ਉਪਜਾਏ ਅਨੰਗੰ। ਔਰ ਫਿਰ ਇਹਦੇ ਜੀਵ ਦੇ ਸਰੀਰ ਦੇ ਅੰਦਰ ਅਨੰਗ ਨੂੰ, ਕਾਮ ਨੂੰ ਪੈਦਾ ਕਰਦਾ ਹੈ। ਇਸਤਰੀ ਕੇ ਸੰਜੋਗ ਕੋ ਪਾਏ। ਫਿਰ ਇਸਤਰੀ ਦੇ ਜਦੋਂ ਨਾਲ ਸੰਜੋਗ ਹੁੰਦਾ ਹੈ, ਰਜ ਕੋ ਰੁਦਰ ਬੀਰਜ ਲਪਟੰਤਾ। ਉਧਰ ਮਾਂ ਦਾ ਖੂਨ ਤੇ ਪਿਤਾ ਦਾ ਵੀਰਿਆ, ਉਹਦੇ ਸਮੇਲ ਦੇ ਵਿੱਚ ਫਿਰ ਇਹ ਲੰਪਟ ਹੋ ਜਾਂਦਾ, ਉਹਦੇ ਵਿੱਚ ਜੀਵ ਮਿਲ ਜਾਂਦਾ ਹੈ। ਗੁਲ ਕਾ ਸਮ ਗਰਭ ਥਲ ਥਿਰ ਤਿਅੰਤਾ। ਔਰ ਮਾਤਾ ਦੇ ਗਰਭਾਸ਼ੇ ਦੇ ਵਿੱਚ ਜਾ ਕੇ ਇਹਦਾ ਨਿਵਾਸ ਹੁੰਦਾ ਹੈ। ਤਹਿ 9 ਮਾਸ ਬਾਸ ਕੋ ਪਾਏ। ਫਿਰ ਮਾਂ ਦੇ ਉਦਰ ਵਿੱਚ 9 ਮਹੀਨਿਆਂ ਤੱਕ ਲਟਕਦਾ ਰਿਹਾ, ਦੁੱਖ ਭੋਗਦਾ ਰਿਹਾ। ਵੇਖੋ ਚੰਦਰਮਾ ਦੀਆਂ ਰਿਸਮਾਂ ਤੋਂ ਚੱਲਿਆ ਜੀ। ਫਿਰ ਉਸ ਤੋਂ ਪਿੱਛੇ ਵੀ ਪਹਿਲਾਂ ਨਰਕਾਂ ਦੀ ਅੱਗ ਸਹੀ ਹੈ, ਪੁੰਨ ਕਰਮਾਂ ਕਰਕੇ ਕੋਈ ਚੰਗੇ ਕਰਮ ਸਨ, ਉਹਦਾ ਸੁੱਖ ਵੀ ਪ੍ਰਾਪਤ ਕੀਤਾ। ਫਿਰ ਉੱਥੋਂ ਚੱਲਦਾ ਚੱਲਦਾ ਕਿੱਥੇ ਤੱਕ ਪਹੁੰਚਿਆ, ਮਾਤਾ ਦੇ ਉਦਰ ਦੇ ਆਸ਼ੇ ਵਿੱਚ ਆਇਆ। ਉੱਥੇ ਵੀ ਫਿਰ ਦੁੱਖ ਭੋਗਿਆ 9 ਮਹੀਨਿਆਂ ਤੱਕ। ਦੁੱਖ ਭੋਗੈ ਬਨ ਸਿਰ ਤਰਵਾਏ। ਸਿਰ ਥੱਲੇ ਪੈਰ ਉੱਪਰ, ਮੁਖ ਤਲੇ ਪੈਰ ਉੱਪਰੋਂ ਵਸੰਦੋ 71 ਥਾਏ। ਕੋਜੀ ਥਾਂ ਤੇ ਗੁਰਬਾਣੀ ਦਾ ਮਹਾਂਵਾਕ ਹੈ, ਮਾਂ ਕਹੀ ਰਕਤ ਪਿਤਾ ਬਿੰਦ ਧਾਰਾ। ਰਕਤ ਬਿੰਦ ਕਰ ਨਿੰਮਿਆ ਅਗਨ ਉਦਰ ਮੰਝਾਰ। ਏਦਾਂ ਇਹਦੀ ਰਚਨਾ ਹੋਈ। ਮਿਲਿਓ ਰਹੇ ਮਲ ਮੂਤਰ ਕੇ ਸੰਗ। ਉੱਥੇ ਮਾਤਾ ਦੇ ਉਦਰ ਦੇ ਵਿੱਚ ਮਲ ਮੂਤਰ ਦੇ ਵਿੱਚ ਮਿਲਿਆ ਰਿਹਾ, ਮਲ ਮੂਤਰ ਦੇ ਵਿੱਚ ਇਹਦਾ ਨਿਵਾਸ ਰਿਹਾ। ਬਨੇ ਬ੍ਰਦੇ ਕਾਇਆ ਸਰਬੰਗ। ਉੱਥੇ ਦੀ ਸਾਰੀ ਕਾਇਆ, ਇਹਦਾ ਸਰੀਰ, ਇਹਦੇ ਅੰਗ ਪ੍ਰਤਿਅੰਗ ਵਧਣ ਲੱਗੇ। ਕਸ਼ਟ ਗਰਭ ਕੇ ਗਿਨੇ ਨ ਜਾਏ। ਜਿਹੜੇ ਉਸ ਗਰਭਾਸ਼ੇ ਦੇ ਕਸ਼ਟ ਨੇ ਉਹ ਵੀ ਗਿਣੇ ਨਹੀਂ ਜਾਂਦੇ, ਉਹ ਗਿਣੇ ਨਹੀਂ ਜਾਂਦੇ, ਕਿਉਂਕਿ ਸਾਡੀ ਸਿਮਰਤੀ ਵਿੱਚੋਂ ਚਲੇ ਜਾਂਦੇ ਨੇ, ਉਹ ਸਿਮਰਤੀ ਵਿੱਚ ਨਹੀਂ ਰਹਿ ਜਾਂਦੇ। ਇਸ ਕਰਕੇ ਚੇਤਾ ਭੁੱਲਣ ਕਰਕੇ ਉਹ ਦੁੱਖ ਸਾਨੂੰ ਯਾਦ ਨਹੀਂ ਰਹਿੰਦਾ। ਪਰ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਕਹਿੰਦੇ ਗਰਭਾਸ਼ੇ ਦੇ ਜਿਹੜੇ ਉਹ ਦੁੱਖ ਨੇ ਉਹ ਗਿਣੇ ਨਹੀਂ ਜਾਂਦੇ, ਇਤਨੇ ਭਿਆਨਕ ਤੇ ਦੁਖਦਾਈ ਹਨ। ਜਿਨ ਕੋ ਸੁਨ ਰੋਮਾਂਚ ਹੋਇਆ ਏ। ਭਾਈ ਸਾਹਿਬ ਕਹਿੰਦੇ ਜਦੋਂ ਉਸ ਗਰਭਾਸ਼ੇ ਦੇ ਦੁੱਖ ਨੂੰ ਸੁਣੀਏ ਤੇ ਸਰੀਰ ਦੇ ਰੋਮ ਇੱਕਦਮ ਕੰਬ ਜਾਂਦੇ ਨੇ, ਖਲੋ ਜਾਂਦੇ ਨੇ ਡਰ ਕੇ। ਭਗ ਦੁਆਰਾ ਨਿਕਸਤ ਦੁੱਖ ਪਾਵੇ। ਫਿਰ ਭਗ ਦੁਆਰਾ ਇਸ ਦੀ ਉਤਪਤੀ ਹੁੰਦੀ ਆ, ਉਸ ਵੇਲੇ ਦੁੱਖ ਪਾਉਂਦਾ। ਨੀਟ ਨੀਟ ਬਾਹਰ ਕੋ ਆਵੇ। ਬੜੀ ਭਿਆਨਕ ਪੀੜਾ ਨੂੰ ਬਰਦਾਸ਼ਤ ਕਰਦਾ ਹੋਇਆ ਫਿਰ ਇਹਦੀ ਉਤਪਤੀ ਹੁੰਦੀ ਹੈ। ਦਵਾਰ ਤੰਗ ਤਨ ਥੂਲ ਬਡੇਰਾ। ਸਰੀਰ ਥੂਲ ਤੇ ਦਵਾਰ ਤੰਗ ਹੈ। ਜੰਤੀ ਸਮ
ਖੈਂਚੀਏ ਤਿਸ ਬੇਰਾ। ਕਹਿੰਦੇ ਜਿਵੇਂ ਕਿਸੇ ਜੰਤਰੀ ਨਾਲ ਖਿੱਚਿਆ ਜਾਂਦਾ, ਏਦਾਂ ਬੜੀ ਦੁਖਦਾਈ ਪੀੜਾ ਦੇ ਕੇ ਇਹਨੂੰ ਖਿੱਚਿਆ ਜਾਂਦਾ ਹੈ। ਆਪ ਦੁਖੀ ਜਨਨੀ ਦੁਖ ਦੇ। ਨਾਲੇ ਆਪ ਦੁਖੀ ਹੁੰਦਾ, ਨਾਲੇ ਆਪਣੀ ਮਾਂ ਨੂੰ ਦੁੱਖ ਦਿੰਦਾ ਹੈ। ਨਿਕਸਤ ਗਿਰਤਾ ਹੋ ਤੇ ਅਚੇਤ। ਜਦੋਂ ਜ਼ਮੀਨ ਦੇ ਉੱਤੇ ਡਿੱਗਦਾ ਤੇ ਅਚੇਤ ਹਾਲਤ ਵਿੱਚ ਡਿੱਗਦਾ, ਇਹਨੂੰ ਕੋਈ ਚੇਤਨਾ ਨਹੀਂ ਹੁੰਦੀ। ਜਥਾ ਬਿਰਣ ਤੇ ਪਰੇ ਸੁਕੀਰਾ। ਆਹ ਕਹਿੰਦੇ ਏਦਾਂ ਡਿੱਗਦਾ ਬਾਹਰ ਗੰਦਗੀ ਵਿੱਚ ਆ ਕੇ, ਜਿਵੇਂ ਕਿਸੇ ਪੱਕੇ ਫੋੜੇ ਚੋਂ ਕੀੜਾ ਪ੍ਰੁਬਲ ਕਰਕੇ ਬਾਹਰ ਨੂੰ ਡਿੱਗਦਾ ਹੈ। ਏਦਾਂ ਇਸ ਜੀਵ ਦਾ ਜਨਮ ਹੁੰਦਾ ਹੈ। ਤਿਮ ਬਾਹਰ ਪਾ ਬਹੁ ਦੁਖ ਪੀਰਾ। ਬੜੀ ਭਿਆਨਕ ਪੀੜਾ ਜਦੋਂ ਇੱਕਦਮ ਇਸ ਦਾ ਜਨਮ ਹੁੰਦਾ ਕਿਸੇ ਵੀ ਜੀਵ ਦਾ, ਉਸ ਵੇਲੇ ਇੱਕਦਮ ਅਚੇਤ ਹੋ ਜਾਂਦਾ। 9 ਮਹੀਨਿਆਂ ਦੇ ਅੰਧਕਾਰ ਤੋਂ ਇੱਕਦਮ ਜਦੋਂ ਰੋਸ਼ਨੀ ਵਿੱਚ ਆਉਂਦਾ ਜਗਤ ਵਿੱਚ, ਬੜੀ ਭਿਆਨਕ ਪੀੜਾ ਨੂੰ ਬਰਦਾਸ਼ਤ ਕਰਦਿਆਂ, ਉਹ ਪੀੜਾ ਕੇਵਲ ਮਾਂ ਨੂੰ ਨਹੀਂ, ਇਸ ਨੂੰ ਵੀ ਹੈ। ਕਿਤਕ ਸਮੇਂ ਮੈਂ ਚੇਤਨ ਹੋਏ। ਕੁਝ ਸਮਾਂ ਤੈਨੂੰ ਪਤਾ ਹੀ ਨਹੀਂ ਰਹਿੰਦਾ ਵੀ ਮੈਂ ਕਿੱਥੇ ਆਇਆ ਹਾਂ, ਇੱਕਦਮ ਅਚੇਤ ਹੋ ਜਾਂਦਾ। ਫਿਰ ਕੁਝ ਸਮੇਂ ਬਾਅਦ ਇਹਨੂੰ ਸੁਰਤੀ ਆਉਂਦੀ ਹੈ, ਥੋੜਾ ਥੋੜਾ ਇਹਨੂੰ ਚੇਤਾ ਆਉਂਦਾ ਜੀਵ ਨੂੰ। ਸੁਧ ਕੋ ਪਾਏ ਉਠਤ ਹੈ ਰੋਏ। ਮਾੜੀ ਜੀ ਸੁੱਧ ਜੀ ਆਉਂਦੀ ਤੇ ਫਿਰ ਰੋਂਦਾ ਹੈ। ਇੱਕਦਮ ਜੰਮਦਿਆਂ ਨਹੀਂ ਬਾਲਕ ਰੋਂਦਾ, ਪਹਿਲਾਂ ਮਿੰਟ 2 ਮਿੰਟ ਤਾਂ ਕੇਵਲ ਅਚੇਤ ਜਿਹਾ ਰਹਿੰਦਾ। ਉਸ ਤੋਂ ਬਾਅਦ ਜਦੋਂ ਸੋਝੀ ਜੀ ਆਉਂਦੀ ਹੈ, ਫਿਰ ਦੁੱਖ ਪਾ ਕੇ ਰੋਂਦਾ। ਬਾਲ ਅਵਸਥਾ ਮੈਂ ਦੁੱਖ ਕਨੇ। ਫਿਰ ਜਦੋਂ ਬਾਲ ਅਵਸਥਾ ਵਿੱਚ ਆ ਗਿਆ, ਉਹਦੇ ਵਿੱਚ ਵੀ ਕਿੰਨੇ ਦੁੱਖ ਨੇ, ਸੁਣੋ ਹੁਣ। ਬਾਲ ਅਵਸਥਾ ਦੇ ਕਿਤਨੇ ਦੁੱਖ ਹਨ। ਰਾਵ ਰੰਕ ਕੇ ਇਹ ਸਭ ਬਨੇ। ਇਹ ਜਿਹੜੇ ਬਾਲ ਅਵਸਥਾ ਦੇ ਦੁੱਖ ਨੇ, ਰਾਜਿਆਂ ਤੇ ਰੰਕਾਂ ਸਭ ਨੂੰ ਇੱਕ ਸਮਾਨ ਹਨ। ਸਗਰੇ ਗਰਭ ਵਿਖੇ ਪਰ ਆਵੇ। ਕਿਉਂਕਿ ਸਾਰੇ ਗਰਭਾਸ਼ਿਆਂ ਵਿੱਚੋਂ ਹੀ ਆਏ ਨੇ, ਭਾਵੇਂ ਕੋਈ ਰਾਜਾ ਤੇ ਭਾਵੇਂ ਕੋਈ ਰੰਕ ਹੈ। ਬਾਲ ਮੂੜ ਰੋਦਨ ਤਪਤਾਵੇ। ਕਹਿੰਦੇ ਜਿਵੇਂ ਬੱਚਾ ਫਿਰ ਜਦੋਂ ਪਿਆ ਹੁੰਦਾ ਮੰਜੇ ਦੇ ਉੱਤੇ, ਮੂਰਖਤਾਈ ਦੇ ਨਾਲ ਰੋਂਦਾ ਤੇ ਖਿੱਚਦਾ, ਜੋ ਉਹਨੂੰ ਚਾਹੀਦਾ ਉਹ ਮਾਂ-ਬਾਪ ਨੂੰ ਪਤਾ ਨਹੀਂ ਲੱਗਦਾ। ਤੜਫਦਾ ਪਿਆ ਮੰਜੇ ਤੇ ਤਪਸ਼ ਦੇ ਨਾਲ, ਈਰਖਾ ਦੇ ਨਾਲ ਕ੍ਰਿਜਦਾ ਹੋਇਆ ਰੋਂਦਾ ਹੈ। ਕਸ਼ਟ ਹੋਤ ਨੇ ਜਾਤ ਬਤਾਇਓ। ਜੇ ਕੋਈ ਦੁੱਖ ਹੁੰਦਾ, ਤਕਲੀਫ ਹੁੰਦੀ ਆ, ਬੋਲ ਕੇ ਦੱਸ ਨਹੀਂ ਸਕਦਾ, ਰੋਂਦਾ। ਪਰ ਘਰਦਿਆਂ ਨੂੰ ਸਮਝ ਨਹੀਂ ਆਉਂਦੀ ਵੀ ਹੋਇਆ ਕੀ ਆ ਇਸ ਨੂੰ। ਉਸ ਦੁੱਖ ਨੂੰ ਇਹ ਦੱਸ ਨਹੀਂ ਸਕਦਾ, ਇੰਨਾ ਭਿਆਨਕ ਦੁੱਖ ਹੈ। ਸਦਾ ਅਸ਼ੁਚ ਡੈਕਤ ਡਰ ਪਾਇਓ। ਫਿਰ ਸਦਾ ਜਿਹੜਾ ਮੈਲੇ ਬਿਸਤਰੇ ਤੇ ਰਹਿੰਦਾ, ਹਮੇਸ਼ਾ ਮਲ ਮੂਤਰ ਉੱਤੇ ਹੀ ਤਿਆਗੀ ਜਾਂਦਾ ਹੈ। ਉਸ ਅਸੁਚਤਾਈ ਦੇ ਵਿੱਚ ਜੀਵ ਦੁੱਖ ਪਾਉਂਦਾ ਹੈ। ਰਹੇ ਅਸ਼ਕਤ ਕਿਰਿਆ ਨੇ ਹੋਏ। ਅਸ਼ਕਤ ਹੈ, ਸਰੀਰ 'ਚ ਸ਼ਕਤੀ ਨਹੀਂ ਕਿ ਆਪਣੇ ਸਰੀਰ ਦੀ ਕਿਰਿਆ ਆਪ ਕਰ ਸਕੇ। ਮੰਜੇ ਦੇ ਉੱਤੇ ਹੀ ਉੱਥੇ ਹੀ ਆਪਣੇ ਸਰੀਰ ਦੀ ਕਿਰਿਆ ਕਰਦਾ, ਦੁੱਖ ਭੋਗਦਾ ਹੈ। ਜਾਚੇ ਚੰਦ ਕਹਾਂ ਦੇ ਕੋਏ। ਥੋੜਾ ਜਿਹਾ ਵੱਡਾ ਹੁੰਦਾ ਹੈ, ਚੰਨ ਵੇਖ ਲੈਂਦਾ, ਆਕਾਸ਼ 'ਚ ਵੇਖ ਕੇ ਜਿੱਦ ਕਰਦਾ, ਮੈਨੂੰ ਮਾਂ ਚੰਨ ਚਾਹੀਦਾ, ਚੰਨ ਚਾਹੀਦਾ। ਹੁਣ ਚੰਨ ਕੌਣ ਦੇਵੇ ਇਹਨੂੰ? ਇਹ ਕਹਿੰਦਾ ਮੈਨੂੰ ਚਾਹੀਦਾ ਹੈ। ਮੂਰਖਤਾਈ ਜੋ ਵੀ ਹੈ ਨਾ, ਜੜ ਪੁਣੇ ਦੀ ਬਿਰਤੀ ਵੀ ਹੁੰਦੀ ਆ ਬਾਲਕ ਵਿੱਚ, ਉਹ ਜੜ ਪੁਣੇ ਦੀ ਬਿਰਤੀ ਕਰਕੇ ਫਿਰ ਚੰਨ ਨੂੰ ਮੰਗਦਾ। ਪਰ ਹੁਣ ਚੰਨ ਕੌਣ ਦੇਵੇ? ਫਿਰ ਦੁਖੀ ਹੁੰਦਾ, ਰੋਂਦਾ ਹੈ। ਇਤਿਆਦਕ ਸੰਕਟ ਗਨ ਪਾਏ। ਫਿਰ ਜੋ ਚੀਜ਼ ਮੰਗ ਲੈਂਦਾ, ਮਾਂ-ਬਾਪ ਨਹੀਂ ਦਿੰਦੇ, ਕਿਉਂਕਿ ਜੋੜੀਆਂ ਚੀਜ਼ਾਂ ਹੈ। ਹੁਣ ਚੰਨ ਮੰਗ ਲੈ ਤੇ ਮਾਂ ਪਿਓ ਚੰਨ ਕਿਵੇਂ ਲਿਆ ਕੇ ਦੇਣ ਇਹਨੂੰ? ਬੜਾ ਭਿਆਨਕ ਦੁੱਖ ਤੇ ਸੰਕਟ ਉਸ ਵੇਲੇ ਇਸ ਨੂੰ ਆਪਣੇ ਅੰਦਰ ਬਰਦਾਸ਼ਤ ਕਰਨਾ ਪੈਂਦਾ ਹੈ। ਪਇਓ ਤਰਨ ਤਰਨੀ ਚਿਤ ਲਾਏ। ਕਹਿੰਦੇ ਜਦੋਂ ਜਵਾਨ ਹੋਇਆ ਤੇ ਫਿਰ ਤਰਨੀ ਨਾਲ, ਘਰ ਵਾਲੀ ਨਾਲ ਚਿੱਤ ਲਾਇਆ। ਬਦੇ ਵਿਕਾਰ ਅਨੇਕ ਪ੍ਰਕਾਰਾ। ਅਨੇਕ ਪ੍ਰਕਾਰ ਦੇ ਵਿਕਾਰ ਜਵਾਨੀ ਦੀ ਅਵਸਥਾ ਦੇ ਵਿੱਚ ਫਿਰ ਇਹਦੇ ਅੰਦਰ ਵੱਧਦੇ ਚਲੇ ਜਾਂਦੇ ਨੇ। ਸ਼ਤਰੂ ਮਿੱਤਰ ਕਰ ਬੰਦੇ ਅਖਾਰਾ। ਫਿਰ ਆਪਣੇ ਦੁਸ਼ਮਣ ਤੇ ਮਿੱਤਰਾਂ ਦੇ ਅਖਾੜੇ ਬਣ ਲਏ, ਮੇਰੇ ਮਿੱਤਰ ਨੇ, ਮੇਰੇ ਦੁਸ਼ਮਣ ਨੇ। ਏਦਾਂ ਫਿਰ ਉਦੋਂ ਇਸ ਦੁੱਖ ਦੇ ਵਿੱਚ, ਕਸ਼ਟ ਵਿੱਚ ਜ਼ਿੰਦਗੀ ਬਤੀਤ ਕੀਤੀ। ਚਾਹੋ ਪਦਾਰਥ ਹੱਥ ਨ ਆਏ। ਜੋ ਚਾਹੁੰਦਾ ਸੀ ਉਹ ਪਦਾਰਥ ਹੱਥ ਵਿੱਚ ਨਹੀਂ ਆਏ। ਜੋ ਪ੍ਰਾਪਤ ਸੋ ਨੈ ਖੁਸ਼ ਜਾਏ। ਡਰ 'ਚ ਰਹਿੰਦਾ ਵੀ ਜੋ ਮੇਰੇ ਕੋਲ ਹੈ ਕਿਤੇ ਮੇਰੇ ਕੋਲੋਂ ਖੋਇਆ ਨਾ ਜਾਵੇ। ਜੋ ਚਾਹੁੰਦਾ ਸੀ ਮਿਲਿਆ ਨਹੀਂ,
ਜੋ ਹੈ ਕਿਤੇ ਖੋਇਆ ਨਾ ਜਾਵੇ ਇਹ ਵੀ ਡਰ ਹੈ। ਜਿਤ ਕਿਤ ਤਨ ਕੋ ਲੈਬੇ ਹੇਤ, ਕਿੱਧਰ ਕਿੱਧਰ ਧਨ ਪਦਾਰਥ ਲੈਣ ਵਾਸਤੇ ਦੌੜਿਆ ਫਿਰਦਾ ਦੁਖੀ ਹੋਇਆ। ਯਤਨ ਕਰਤ ਬਲ ਬੁੱਧੀ ਸਮੇਤ, ਆਪਣੀ ਬੁੱਧੀ ਦੇ ਬਲ ਸਮੇਤ ਯਤਨ ਕਰਦਾ ਹੈ। ਤ੍ਰਿਪਤ ਹੋਣ ਲਗ ਪ੍ਰਾਪਤ ਨਾਈ, ਕਹਿੰਦੇ ਜਿੰਨੇ ਨਾਲੇ ਦਾ ਰੱਜ ਹੋ ਜੇ ਉਹ ਮਿਲਦਾ ਹੀ ਨਹੀਂ, ਜਿੰਨੇ ਨਾਲੇ ਦੀ ਤ੍ਰਿਪਤੀ ਹੋ ਜੇ ਉਹ ਰੱਜਦਾ ਹੀ ਨਹੀਂ। ਜਿਨ੍ਹਾਂ ਕੋਲ ਬਹੁਤ ਹੈ ਉਹ ਕਿਹੜਾ ਰੱਜ ਗਏ, ਕਿਹੜਾ ਤ੍ਰਿਪਤ ਹੋ ਗਏ। ਬੋਲੇ ਕੂਰ ਨਾ ਧਰਮ ਰਖਾਈ, ਝੂਠ ਬੋਲਦਾ, ਠੱਗੀਆਂ ਕਰਦਾ ਔਰ ਆਪਣਾ ਧਰਮ ਤਿਆਗਦਾ, ਧਰਮ ਨਹੀਂ ਰੱਖਦਾ, ਧਰਮ ਤੋਂ ਡੋਲਦਾ। ਪਇਓ ਬ੍ਰਿਧ ਨਿਰਬਲ ਤਨ ਰਹਿਓ, ਫਿਰ ਜਦੋਂ ਬਿਰਧ ਅਵਸਥਾ ਵਿੱਚ ਆਇਆ ਸਰੀਰ ਨਿਰਬਲ ਤੇ ਕਮਜ਼ੋਰ ਹੋ ਗਿਆ, ਜੀਰਣ ਹੋ ਗਿਆ। ਜੀਰਣ ਅਧਿਕ ਜਰਜਰੀ ਲਇਓ, ਅਧਿਕ ਜੀਰਣ ਹਾਲਤ ਵਿੱਚ ਪਹੁੰਚਿਆ, ਸਰੀਰ ਸਹਿਜੇ ਸਹਿਜੇ ਜਰਜਰਾ ਹੁੰਦਾ ਚਲਿਆ ਗਿਆ। ਖਾਂਸੀ ਆਦ ਵਿਆਦ ਹੋਏ ਬ੍ਰਿੰਦ, ਖਾਂਸੀ ਲੱਗ ਗਈ, ਕਦੇ ਅਨੇਕ ਪ੍ਰਕਾਰ ਦੀਆਂ ਵਿਆਧੀਆਂ ਬਿਮਾਰੀਆਂ ਸਰੀਰ ਨੂੰ ਘੇਰਦੀਆਂ। ਵੈਦਾਂ ਕੋਲ ਜਾਂਦਾ, ਅੱਗੋਂ ਵੈਦ ਕਹਿੰਦੇ ਭਾਈ ਉਮਰ ਦਾ ਇਫੈਕਟ ਹੈ ਹੁਣ। ਅਪਮਾਨਤ ਪਰਿਵਾਰ ਬਿਲੰਦ, ਟੱਬਰ ਦੇ ਵਿੱਚ ਵੀ ਇੱਜ਼ਤ ਨਹੀਂ ਰਹਿ ਜਾਂਦੀ, ਪਰਿਵਾਰ ਵਿੱਚੋਂ ਵੀ ਅਪਮਾਨ ਮਿਲਦਾ ਹੈ। ਸੰਕਟ ਅਧਿਕ ਪਾਏ ਮਰ ਰਹੇ, ਅਨੇਕਾਂ ਪ੍ਰਕਾਰ ਦੇ ਸੰਕਟ ਪਾ ਕੇ ਅਖੀਰ ਨੂੰ ਫਿਰ ਮਰ ਜਾਂਦਾ ਹੈ। ਤੇ ਐਸਾ ਨਹੀਂ ਫਿਰ ਵੀ ਜਦੋਂ ਮਰ ਗਿਆ ਤੇ ਵੀ ਹੁਣ ਗੱਲ ਮੁੱਕ ਗਈ, ਅੱਗੇ ਫਿਰ ਯਾਤਰਾ ਉਹ ਲੰਮੀ ਚੱਲ ਪੈਂਦੀ ਹੈ। ਇਹ ਉਦੋਂ ਤੱਕ ਚੱਲਦੀ ਰਹਿੰਦੀ ਹੈ ਜਦੋਂ ਤੱਕ ਪਰਮ ਸੱਤ ਦੇ ਸਵਰੂਪ ਵਿੱਚ ਇੱਕ ਬਿਕ ਹੋ ਕੇ ਅਭੇਦ ਨਹੀਂ ਹੋ ਜਾਂਦਾ। ਕਹਿੰਦੇ ਇੰਨੇ ਦੁੱਖ ਭੋਗਦਿਆਂ ਭੋਗਦਿਆਂ ਜ਼ਿੰਦਗੀ ਬੀਤ ਗਈ, ਅਖੀਰ ਨੂੰ ਮਰ ਗਿਆ। ਜੀਵ ਗਤੀ ਜਿਮ ਕਿਆ ਕਰ ਕਹੇ, ਕਹਿੰਦੇ ਜੀਵ ਦੀ ਗਤੀ ਹੈ, ਹੁਣ ਇਹ ਕਿਵੇਂ ਕਰਕੇ ਬਿਆਨ ਕਰੀਏ ਵੀ ਕਿੰਨੇ ਦੁੱਖ ਹਨ। ਲੇਸ਼ ਮਾਤਰ ਦੁੱਖ ਵਰਣਨ ਕਰੇ, ਭਾਈ ਦਇਆ ਸਿੰਘ ਜੀ ਕਹਿੰਦੇ ਮੈਂ ਤਾਂ ਥੋੜੇ ਜਿਹੇ ਦੁੱਖ ਦੱਸਿਆ ਜਿਹੜੇ ਆ ਲੇਸ਼ ਮਾਤਰ, ਅਸਲ ਵਿੱਚ ਤਾਂ ਦੁੱਖਾਂ ਦੀ ਕੀ, ਜੀਵਾਂ ਦੀ ਕੀ ਗਤੀ ਹੈ, ਕੀ ਦਸ਼ਾ ਹੈ, ਉਹ ਤਾਂ ਕਹੀ ਨਹੀਂ ਜਾ ਸਕਦੇ। ਇਹ ਤਾਂ ਕੇਵਲ ਲੇਸ਼ ਮਾਤਰ ਦੱਸੇ ਨੇ ਦੁੱਖ। ਜਨਮ ਤੋਂ ਲੈ ਕੇ ਮਰਨ ਪਰਯੰਤ ਤੱਕ ਕਿਤੇ ਹੋਰ ਥੋੜੇ ਦੁੱਖ ਨੇ। ਕਿਤਨੀਆਂ ਸਮੱਸਿਆਵਾਂ, ਕਿਤਨੀਆਂ ਚਿੰਤਾਵਾਂ, ਕਿਤਨੇ ਫਿਕਰ। ਇਹ ਤਦੇ ਮਿਟਦੇ ਨੇ ਜੇ ਸਿਮਰਨ ਸਾਧਨਾ ਵਿੱਚ ਸਾਡੀ ਸੁਰਤ ਜੁੜੀ ਹੋਵੇ, ਤਾਂ ਇਹਨਾਂ ਤੋਂ ਨਿਵਾਰਨ ਹੁੰਦਾ ਹੈ, ਤਾਂ ਇਹਨਾਂ ਤੋਂ ਬੰਦ ਖਲਾਸੀ ਹੁੰਦੀ ਹੈ। ਤੇ ਭਾਈ ਸਾਹਿਬ ਕਹਿੰਦੇ ਹਾਲੇ ਤਾਂ ਕੇਵਲ ਲੇਸ਼ ਮਾਤਰ ਹੀ ਦੱਸੇ ਹਨ। ਸਰਬ ਜੇ ਕਹੇ ਗ੍ਰੰਥ ਇੱਕ ਪਰੇ, ਕਹਿੰਦੇ ਜੇ ਜੀਵ ਦੇ ਸਾਰੇ ਦੁੱਖਾਂ ਦਾ ਵਰਣਨ ਕਰਨ ਲੱਗੀਏ ਤੇ ਕਹਿੰਦੇ ਇਹੋ ਜਿਹਾ ਇੱਕ ਗ੍ਰੰਥ ਹੋਰ ਤਿਆਰ ਹੋ ਜਾਏ। ਜਿੰਨੇ ਜੀਵ ਨੂੰ ਦੁੱਖ ਨੇ, ਇਹੋ ਜਿਹਾ ਇੱਕ ਹੋਰ ਗ੍ਰੰਥ ਤਿਆਰ ਹੋ ਸਕਦਾ ਹੈ ਜਿਤਨੇ ਜੀਵ ਨੂੰ ਦੁੱਖ ਹਨ। ਜਨਮ ਕਰੋੜੋਂ ਧਰ ਧਰ ਮਰਿਓ, ਕਿ ਕੇਵਲ ਮਨੁੱਖੀ ਸਰੀਰ ਨਹੀਂ ਨਾ, ਇਹਦੇ ਤੋਂ ਇਲਾਵਾ ਜਾਨਵਰਾਂ ਦੇ ਕਿੰਨੇ ਸਰੀਰ ਨੇ, ਪਸ਼ੂ, ਉਹ ਵੀ ਤਾਂ ਜੀਵ ਹੀ ਜਾ ਰਿਹਾ। ਉਹ 84 ਲੱਖ ਜੂਨੀਆਂ ਦਾ ਗੇੜਾ, ਇੱਕ ਇੱਕ ਜੂਨੀ ਦਾ ਕੀ ਦੁੱਖ ਹੈ, ਉੱਥੇ ਕਿਹੋ ਜੀ ਭਿਆਨਕਤਾ ਹੈ। ਕਹਿੰਦੇ ਜੇ ਵਰਣਨ ਕਰਨ ਲੱਗੀਏ ਤੇ ਇੱਕ ਗ੍ਰੰਥ ਹੋਰ ਤਿਆਰ ਹੋ ਜਾਏ। ਕਿਸੀ ਸ਼ਰੀਰ ਵਿਖੇ ਨੈ ਥਿਰਿਓ, ਕਿਸੇ ਵੀ ਸਰੀਰ ਦੇ ਵਿੱਚ ਇਹਦੇ ਕੋਲੋਂ ਥਿਰ ਨਹੀਂ ਰਿਹਾ ਜਾਂਦਾ। ਜਨਮ ਅਸੰਖ ਭਵਿੱਖਤ ਲਏ, ਪਹਿਲਾਂ ਕਰੋੜਾਂ ਜਨਮਾਂ ਵਿੱਚੋਂ ਹੋ ਕੇ ਆਇਆ ਤੇ ਸ਼ਾਇਦ ਜਦੋਂ ਤੱਕ ਸਾਧਨਾ ਨਾ ਕਰੇ, ਪਰਮੇਸ਼ਰ 'ਚ ਨਾ ਮਿਲੇ, ਨਾ ਬੰਦਾ ਬਣੇ, ਬੰਦਾ ਹੋ ਕੇ ਬੰਦਗੀ ਨਾ ਕਰੇ, ਤੇ ਕਹਿੰਦੇ ਇਹ ਵੀ ਨਹੀਂ ਪਤਾ ਵੀ ਆਉਣ ਵਾਲੇ ਜਨ ਸਮੇਂ ਵਿੱਚ ਹਾਲੇ ਹੋਰ ਕਿੰਨੇ ਕੁ ਜਨਮ ਹੋਣ, ਇਹ ਵੀ ਨਹੀਂ ਪਤਾ। ਦੁੱਖ ਸੁੱਖ ਕੂਰ ਭੋਗ ਮਰ ਰਹੇ, ਅਨੇਕਾਂ ਦੁੱਖਾਂ ਸੁੱਖਾਂ ਨੂੰ ਭੋਗਦਾ ਮਰ ਰਹਿੰਦਾ ਹੈ। ਗੁਰੂ ਰਾਮਦਾਸ ਪਾਤਸ਼ਾਹ ਦੇ ਪਾਵਨ ਦਰਬਾਰ ਵਿੱਚ ਇੱਕ ਦਿਨ ਇੱਕ ਸੇਵਕ ਆਇਆ, ਇਹਦਾ ਨਾਮ ਸੀ ਬਿਧੀ ਚੰਦ। ਇੱਕ ਬਾਬਾ ਬਿਧੀ ਚੰਦ ਸਾਹਿਬ ਪੰਜਵੇਂ ਪਾਤਸ਼ਾਹ ਦੀ ਸ਼ਰਨ ਚ ਆਏ, ਬਿਧੀ ਚੰਦ ਛੀਨਾ। ਇਹ ਬਿਧੀ ਚੰਦ ਮਹਾਰਾਜ ਗੁਰੂ ਰਾਮਦਾਸ ਸਾਹਿਬ ਦਾ ਸੇਵਕ ਸੀ। ਇੱਕਦਮ ਰੋਣ ਲੱਗ ਪਿਆ, ਘਗਿਆ ਕੇ ਇੱਕ ਵਾਰੀ ਸਾਰੇ ਦਰਬਾਰ ਦਾ ਮਾਹੌਲ ਖਰਾਬ ਕਰ ਦਿੱਤਾ। ਗੁਰੂ ਪਾਤਸ਼ਾਹ ਆਖਿਆ, ਭਾਈ ਕੀ ਗੱਲ ਹੈ, ਕਿਉਂ ਰੁਦਨ ਕਰਦਾ ਹੈ? ਕਹਿਣ ਲੱਗਾ, ਜੀ ਮੈਂ ਆਪਣੇ ਪਿਛਲੇ ਕੁਝ ਜਨਮ ਵੇਖੇ ਨੇ, ਵੇਖ ਕੇ ਮੇਰੀ ਰੂਹ ਕੰਬ ਗਈ ਹੈ, ਮੈਂ ਤਾਂ ਰੋਂਦਾ ਹਾਂ।
ਮਹਾਰਾਜ ਕਹਿੰਦੇ ਕੀ ਵੇਖਿਆ? ਕਹਿੰਦਾ ਜੀ ਮੈਂ ਵੇਖਿਆ ਘੁਮਿਆਰ ਦੇ ਘਰ ਵਿੱਚ ਮੇਰੀ ਗਧੇ ਦੀ ਜੂਨੀ ਹੈ, ਭਾਰ ਢੋਂਦਾ ਸਾਰਾ ਦਿਨ, ਖਾਣ ਨੂੰ ਨਹੀਂ ਦਿੰਦਾ ਕੁਝ, ਬੜਾ ਨਿਰਦਈ ਹੈ। ਇੱਕ ਦਿਨ ਇਹੋ ਜਿਹਾ ਕਮਜ਼ੋਰੀ ਨਾਲ ਮਰਨ ਲੱਗਾ ਸਾਂ, ਭਾਰ ਬਹੁਤਾ ਲੱਦਿਆ ਨਹੀਂ ਚੁੱਕਿਆ ਗਿਆ, ਮੇਰੀ ਲੱਤ ਟੁੱਟ ਗਈ, ਡਿੱਗ ਪਿਆ। ਟੋਆ ਸੀ, ਲੱਤਾਂ ਮਾਰਦਾ ਰਿਹਾ, ਉਠਾਉਂਦਾ ਰਿਹਾ, ਨਾ ਉੱਠ ਸਕਿਆ। ਨਿਰਦਈ ਨੇ ਕੋਈ ਤਰਸ ਨਾ ਕੀਤਾ, ਮਿੱਟੀ ਮੇਰੇ ਤੋਂ ਚੁੱਕ ਕੇ ਦੂਜੇ ਗਧੇ ਤੇ ਲੱਦੀ ਤੇ ਲੈ ਟੁਰ ਪਿਆ। ਮੀਂਹ ਪੈਣ ਲੱਗ ਪਿਆ, ਮੇਰੇ ਕੋਲੋਂ ਨਹੀਂ ਉੱਠ ਹੋਇਆ। ਮੀਂਹ ਦੇ ਨਾਲ ਆਲੇ ਦੁਆਲੇ ਪਾਣੀ ਇਕੱਠਾ ਹੋ ਗਿਆ, ਮੈਂ ਤੜਫਦਾ ਰਿਹਾ, ਉਸ ਪਾਣੀ ਵਿੱਚ ਪਿਆ। ਲੋਕ ਲੰਘਣ ਸੋਚਣ ਵੀ ਪਾਣੀ ਵਿੱਚ ਸ਼ਾਇਦ ਕੋਈ ਪੱਥਰ ਹੈ, ਪੈਰ ਰੱਖ ਕੇ ਲੰਘਿਆ ਕਰਨ। ਕਈ ਦਿਨ ਤੜਫਦਿਆਂ ਤੜਫਦਿਆਂ ਉਸ ਪਾਣੀ ਵਿੱਚ ਮੈਂ ਆਪਣਾ ਸਰੀਰ ਤਿਆਗਿਆ। ਮਹਾਰਾਜ ਉਹ ਜਨਮ ਬੀਤਿਆ ਤਾਂ ਮੈਂ ਇੱਕ ਚਿੱਚੜ ਦੀ ਜੂਨੇ ਪਿਆ ਹੋਇਆ, ਕੁੱਤੇ ਦੇ ਕੰਨ ਨਾਲ ਲੱਗਾ ਹੋਇਆ, ਜਿਸ ਕੰਨ ਦੇ ਵਿੱਚੋਂ ਪੂੰ ਤੇ ਰੇਸ਼ਾ ਵਗਦਾ ਹੈ। ਉੱਥੇ ਤੜਫਦਿਆਂ ਤੜਫਦਿਆਂ ਮਹਾਰਾਜ ਜਨਮ ਬਤੀਤ ਹੋਇਆ। ਹਾਲੇ 2 ਜਨਮ ਵੇਖੇ ਨੇ, ਸਹਿ ਪਤਾ ਨਹੀਂ ਇਦਾਂ ਦੇ ਕਿੰਨੇ ਕੁ ਜਨਮ ਮੈਂ ਕੱਟ ਕੇ ਬਤੀਤ ਕਰਕੇ ਆਇਆ ਹੋਇਆ ਹਾਂ। ਇਹ ਕੋਈ ਮੇਰੇ ਪੂਰਵਲੇ ਜਨਮ ਦੇ ਚੰਗੇ ਕਰਮ ਕਿ ਆਪ ਜੀ ਨੇ ਤਰਸ ਕੀਤਾ, ਮੈਨੂੰ ਆਪਣੀ ਸਿੱਖੀ ਬਖਸ਼ੀ ਹੈ। ਮੈਂ ਹੁਣ ਇਸ ਕਰਕੇ ਰੋਂਦਾ ਹਾਂ ਗਰੀਬ ਨਵਾਜ, ਕਿਤੇ ਇਹੋ ਜਿਹੇ ਜਨਮ ਮਰਨ 'ਚ ਮੈਨੂੰ ਮੁੜ ਕੇ ਦੁਬਾਰਾ ਨਾ ਪੈਣਾ ਪੈ ਜਾਏ। ਮੈਂ ਇਸ ਕਰਕੇ ਦੁਖੀ ਹਾਂ, ਵਿਹਵਲ ਹਾਂ ਕਿ ਮਹਾਰਾਜ ਕਿਤੇ ਦੁਬਾਰਾ ਫਿਰ ਇਹੋ ਜਿਹੇ ਜਨਮ ਮਰਨ ਦੇ ਚੱਕਰ ਵਿੱਚ ਨਾ ਮੈਨੂੰ ਪੈਣਾ ਪਵੇ। ਇਸੇ ਕਰਕੇ ਮੈਂ ਆਪ ਜੀ ਦੇ ਚਰਨਾਂ ਵਿੱਚ ਸਨਿਮਰ ਬੇਨਤੀ ਕਰਦਾ ਹਾਂ, ਮਹਾਰਾਜ ਕਿਰਪਾ ਕਰੋ ਮੇਰਾ ਜਨਮ ਮਰਨ ਕੱਟ ਦਿਓ। ਪ੍ਰਭ ਜਨਮ ਮਰਨ ਨਿਵਾਰ, 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 ਪ੍ਰਭ ਜਨਮ ਮਰਨ ਨਿਵਾਰ। ਆਰ ਪਰਿਓ ਦਵਾਰ, ਮਹਾਰਾਜ ਕਿਰਪਾ ਕਰੋ ਮੇਰਾ ਜਨਮ ਮਰਨ ਕੱਟ ਦਿਓ। ਕਬੀਰ ਜੀ ਜੈਸੇ ਮਹਾਪੁਰਸ਼ਾਂ ਨੇ ਤਾਹਾਂ ਮਾਰ ਕੇ ਬੇਨਤੀਆਂ ਕੀਤੀਆਂ, ਮਹਾਰਾਜ ਇਹੀ ਇੱਕ ਦੁੱਖ ਹੈ। ਬਾਰ-ਬਾਰ ਗਰਭਾਸ਼ਿਆਂ ਵਿੱਚ ਪੁੱਠਾ ਲਟਕਣਾ ਪੈਂਦਾ ਤੇ ਅੱਗ 'ਚ ਸੜਨਾ ਪੈਂਦਾ। ਕਿਰਪਾ ਕਰਕੇ ਦੁੱਖ ਕੱਟ ਦਿਓ। ਹਾਂਜੀ। ਬਿਨ ਸਤਿਗੁਰ ਕੀ ਸ਼ਰਨੀ ਪਰੇ, ਕੋਏ ਨੇ ਬੰਦ ਖਲਾਸੀ ਕਰੇ। ਭਾਈ ਦਇਆ ਸਿੰਘ ਜੀ ਕਹਿੰਦੇ, ਗੁਰਸਿੱਖੋ ਸਤਿਗੁਰਾਂ ਦੀ ਸ਼ਰਨ ਪਏ ਬਿਨਾ ਕਿਸੇ ਨੇ ਬੰਦ ਖਲਾਸੀ ਨਹੀਂ ਕਰਨੀ। ਗੁਰੂ ਬਿਨਾ ਨਹੀਂ ਕਿਸੇ ਬੰਦ ਖਲਾਸੀ ਕਰਨੀ। ਇਹ ਜਨਮ ਮਰਨ ਤੋਂ ਮੁਕਤੀ ਚਾਹੁੰਦੇ ਹੋ ਤੇ ਫਿਰ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦੀ ਸ਼ਰਨ ਆ ਜਾਓ। ਦਸਮੇਸ਼ ਦੀ ਸ਼ਰਨ ਆ ਜਾਓ ਜੇ ਜਨਮ ਮਰਨ ਤੋਂ ਮੁਕਤੀ ਚਾਹੁੰਦੇ ਹੋ। ਜਿਹੜੇ ਸਤਿਗੁਰਾਂ ਦੀ ਸ਼ਰਨ ਆ ਗਏ ਉਹਨਾਂ ਦਾ ਜਨਮ ਮਰਨ ਸਾਹਿਬ ਨਿਵਾਰ ਦਿੰਦੇ ਹਨ। ਇਸ ਕਰਕੇ ਕੋਈ ਹੋਰ ਰਾਹ ਨਹੀਂ, ਕੋਈ ਹੋਰ ਰਸਤਾ ਨਹੀਂ ਬੰਦ ਖਲਾਸੀ ਦਾ। ਬੰਦ ਖਲਾਸੀ ਦਾ ਕੇਵਲ ਇਹੀ ਇੱਕ ਮਾਰਗ ਹੈ, ਉਹ ਹੈ ਸਤਿਗੁਰਾਂ ਦੀ ਸ਼ਰਨ। ਪੂਰ ਭਾਗ ਤੇ ਪਾਓ ਭਗਤ ਲੈ, ਕੋਈ ਪੂਰਬਲੇ ਜਨਮਾਂ ਦੇ ਭਾਗ ਚੰਗੇ ਹੋਣ ਤਾਂ ਭਾਓ ਭਗਤੀ, ਪ੍ਰੇਮਾ ਭਗਤੀ ਹਿਰਦੇ 'ਚ ਉਤਪੰਨ ਹੁੰਦੀ ਹੈ। ਕੋਈ ਪੂਰਬਲੇ ਜਨਮਾਂ ਦੇ ਕਰਮ ਜਾਗਣ ਤਾਂ ਪ੍ਰੇਮਾ ਭਗਤੀ ਜਾਗਦੀ ਹੈ, ਤਾਂ ਹਿਰਦੇ 'ਚ ਪ੍ਰੇਮਾ ਭਗਤੀ ਉਤਪੰਨ ਹੁੰਦੀ ਹੈ। ਬਨੇ ਸਿੱਖ ਗੁਰ ਚਰਨ ਸ਼ਰਨ ਰਹੇ, ਪੂਰਬਲੇ ਜਨਮਾਂ ਦੇ ਹੀ ਚੰਗੇ ਕਰਮ ਹੋਣ, ਭਾਈ ਦਇਆ ਸਿੰਘ ਜੀ ਕਹਿੰਦੇ, ਤਾਂ ਗੁਰੂ ਕੀ ਸਿੱਖੀ ਪ੍ਰਾਪਤ ਹੁੰਦੀ ਹੈ। ਮਹਾਪੁਰਸ਼ ਦੱਸਦੇ ਐ, ਕਹਿੰਦੇ ਬੋੜ ਦੀਆਂ ਨਮੋਲੀਆਂ ਜਿੰਨੇ ਚੰਗੇ ਕਰਮ ਹੋਣ ਕੀਤੇ ਹੋਏ, ਤਾਂ ਜਾ ਕੇ ਮਨੁੱਖਾ ਜਨਮ ਪ੍ਰਾਪਤ ਹੁੰਦਾ ਹੈ। ਉਹਨਾਂ ਵਿੱਚ ਜਿਹੜੇ ਬੀਜ ਨੇ ਉਹਨੇ ਚੰਗੇ ਕਰਮ ਕੀਤੇ ਹੋਣ ਤਾਂ ਗੁਰਸਿੱਖਾਂ ਦੇ ਘਰ ਜਨਮ ਮਿਲਦਾ।
ਦਇਆਨਿਧ ਸੁਆਮੀ ਜੀ ਦੀ ਸਿੱਖੀ ਤਾਂ ਪ੍ਰਾਪਤ ਹੁੰਦੀ, ਭਾਈ ਦਇਆ ਸਿੰਘ ਜੀ ਕਹਿੰਦੇ, ਜੇ ਪੂਰਬਲੇ ਜਨਮਾਂ ਦੇ ਬਹੁਤ ਜ਼ਿਆਦਾ ਪੁੰਨ ਕਰਮ ਹੋਣ, ਕੀਤੇ ਹੋਏ ਪੁੰਨ ਕਰਮ, ਚੰਗੇ ਕਰਮ। ਕਿਉਂਕਿ ਭਾਗਾਂ ਕਾ ਉਧੋ ਹੋਏ, ਜਿਹੜੇ ਭਾਗ ਨੇ ਉਹੀ ਜਾਗਦੇ ਹੈ, ਉਹ ਭਾਗਾਂ ਦਾ ਹੀ ਫਲ ਪ੍ਰਾਪਤ ਹੁੰਦਾ ਹੈ। ਚੰਗੇ ਭਾਗਾਂ ਕਰਕੇ ਹੀ ਗੁਰੂ ਕੀ ਸੰਗਤ ਪ੍ਰਾਪਤ ਹੁੰਦੀ ਹੈ, ਗੁਰੂ ਕੀ ਸਿੱਖੀ ਪ੍ਰਾਪਤ ਹੁੰਦੀ ਹੈ। ਤਨ ਕਰ ਮਨ ਕਰ ਧਨ ਕਰ ਸੇਵਾ। ਤਨ ਕਰਕੇ, ਮਨ ਕਰਕੇ, ਧਨ ਕਰਕੇ ਆਪਣੇ ਗੁਰੂ ਕੀ ਸੇਵਾ ਕਰੋ। ਤਨ ਕਰਕੇ, ਧਨ ਕਰਕੇ ਔਰ ਮਨ ਕਰਕੇ, ਤਿੰਨ ਪ੍ਰਕਾਰ ਦੀ ਸੇਵਾ ਹੈ। ਤਨ ਮਨ ਧਨ ਦੀ ਸੇਵਾ ਆਪਾਂ ਕਹਿ ਦਿੰਦੇ ਨਾ, ਇਹ ਤਿੰਨ ਤਰ੍ਹਾਂ ਦੀ ਸੇਵਾ ਹੈ। ਤਨ ਕਰਕੇ, ਮਨ ਕਰਕੇ ਔਰ ਧਨ ਕਰਕੇ ਸੇਵਾ ਕਰੋ ਸਤਿਗੁਰਾਂ ਦੀ। ਛਲ ਬਿਨ ਹੋਏ ਰਿਝਾਏ ਗੁਰ ਦੇਵਾ। ਫਿਰ ਛਲ ਤੋਂ ਬਿਨਾਂ ਹੋ ਕੇ ਸੇਵਾ ਕਰਨੀ, ਕੋਈ ਮਨ 'ਚ ਛਲ ਫਰੇਬ ਨਹੀਂ ਰੱਖਣਾ। ਔਰ ਸੇਵਾ ਕਰਕੇ ਭਾਵਨਾ ਇਹ ਰੱਖਣੀ ਹੈ ਵੀ ਮੇਰੇ ਸਤਿਗੁਰੂ ਮੇਰੇ ਤੇ ਰੀਝ ਪੈਣ। ਗੁਰੂ ਨੂੰ ਰਿਝਾਉਣਾ, ਗੁਰੂ ਸਾਹਿਬ ਜੀ ਨੂੰ ਪ੍ਰਸੰਨ ਕਰਨਾ, ਸਤਿਗੁਰਾਂ ਨੂੰ ਰਿਝਾਉਣਾ। ਕਿਉਂਕਿ ਜਿਸ ਦਿਨ ਰੀਝ ਪਏ ਉਸੇ ਦਿਨ ਹੀ ਕਿਰਪਾ ਕਰਕੇ ਨਿਹਾਲ ਕਰ ਦੇਣਗੇ। ਇਸ ਕਰਕੇ ਭਾਈ ਸੇਵਾ ਕਰਦਿਆਂ ਛਲ ਨਹੀਂ ਰੱਖਣਾ, ਮਨ 'ਚ ਕੋਈ ਕਪਟ ਫਰੇਬ ਨਹੀਂ ਰੱਖਣਾ। ਗੁਰੂ ਸਾਹਿਬ ਜੀ ਦੀ ਸੇਵਾ ਕਰਦਿਆਂ ਨਿਰਛਲ ਹੋ ਕੇ ਸੇਵਾ ਕਰਦਿਆਂ ਭਾਵਨਾ ਇਹ ਰੱਖਣੀ ਹੈ, ਮੇਰੇ ਸਤਿਗੁਰੂ ਮੇਰੇ ਤੇ ਰੀਝ ਪੈਣ, ਮੇਰੇ ਸਤਿਗੁਰੂ ਜੀ ਮੇਰੇ ਤੇ ਪ੍ਰਸੰਨ ਹੋ ਜਾਣ। ਲੈ ਉਪਦੇਸ਼ ਕਮਾਵੇ ਮਨ ਤੇ। ਗੁਰੂ ਪਾਤਸ਼ਾਹ ਦਾ ਉਪਦੇਸ਼ ਲੈ ਕੇ ਸਿੱਖ ਜਦੋਂ ਉਸ ਉਪਦੇਸ਼ ਨੂੰ ਕਮਾਉਂਦਾ ਹੈ ਮਨ ਕਰਕੇ, ਇਹ ਗੁਰਮਤਿ ਦਾ ਗਿਆਨ ਹੈ ਜੋ ਭਾਈ ਦਇਆ ਸਿੰਘ ਜੀ ਦੇ ਰਹੇ ਨੇ। ਕਹਿੰਦੇ ਭਾਈ ਗੁਰੂ ਕਾ ਉਪਦੇਸ਼ ਲੈ ਕੇ ਫਿਰ ਉਸ ਉਪਦੇਸ਼ ਨੂੰ ਮਨ ਕਰਕੇ ਕਮਾਵੇ। ਸੇਵਾ ਕਰੇ ਸਰਬ ਹੀ ਤਨ ਤੇ। ਔਰ ਆਪਣੇ ਤਨ ਕਰਕੇ ਸਰਬ ਪ੍ਰਕਾਰ ਨਾਲ ਗੁਰੂ ਕੀ ਸੇਵਾ ਟਹਿਲ ਕਰੇ। ਤੋ ਇਸ ਕੋ ਹੋਵਤ ਛੁਟਕਾਰਾ। ਤਾਂ ਇਹਦਾ ਛੁਟਕਾਰਾ ਹੋ ਸਕਦਾ, ਤਾਂ ਇਸ ਦੀ ਬੰਦ ਖਲਾਸੀ ਹੋ ਸਕਦੀ ਹੈ, ਹੋਰ ਕੋਈ ਰਸਤਾ ਨਹੀਂ। ਜਦੋਂ ਤਨ ਕਰਕੇ ਗੁਰੂ ਕੀ ਸੇਵਾ ਕਰੇਗਾ, ਮਨ ਕਰਕੇ ਗੁਰੂ ਕੇ ਉਪਦੇਸ਼ ਨੂੰ ਕਮਾਵੇਗਾ, ਕਹਿੰਦੇ ਫਿਰ ਇਹਦੀ ਬੰਦ ਖਲਾਸੀ ਹੋਵੇਗੀ, ਕਰਮਾਂ ਦੇ ਬੰਧਨਾਂ ਤੋਂ, ਤਨ ਦੇ ਬੰਧਨ ਤੋਂ ਮੁਕਤ ਹੋਵੇਗਾ। ਕਰਮ ਬੰਧ ਤਜ ਬਨੇ ਸੁਖਾਰਾ। ਜਿਹੜੇ ਪ੍ਰਾਰੰਭ ਵਿੱਚ ਕਰਮ ਨਿਰਣਾ ਹੋਇਆ ਸੀ ਨਾ, ਆਪ ਜੀ ਨੇ ਸੁਣਿਆ ਸੀ, ਉਹ ਜਿਹੜੇ ਕਰਮ ਤਾਂ ਕੱਟੇ ਜਾਂਦੇ ਨੇ ਜਿਹੜੇ ਸੰਚਿਤ ਕਰਮ ਤੇ ਕਿਰਿਆਮਾਨ ਕਰਮ ਨੇ, ਨਹੀਂ ਤਾਂ ਉਹਨਾਂ ਤੇ ਫਿਰ ਉੱਗ ਪੈਣਾ, ਉਹਦੀ ਤੇ ਫਿਰ ਪਰਾਲਬਧ ਬਣ ਗਈ, ਫਿਰ ਔਖਾ ਹੋ ਜਾਣਾ। ਉਹ ਸਾਰੇ ਕਰਮਾਂ ਦੇ ਬੰਧਨ ਤਾਂ ਕੱਟੇ ਜਾਣਗੇ ਜਦੋਂ ਗੁਰੂ ਉਪਦੇਸ਼ ਨੂੰ ਮਨ ਕਰਕੇ ਕਮਾਵਾਂਗੇ ਔਰ ਤਨ ਕਰਕੇ ਗੁਰੂ ਕੀ ਸੇਵਾ ਕਰਾਂਗੇ। ਨਾਹੇ ਤਵਿਓ ਫਿਰਤ ਬਿਲ ਪਾਵਤ। ਨਹੀਂ ਤਾਂ ਭਾਈ ਦਇਆ ਸਿੰਘ ਜੀ ਕਹਿੰਦੇ ਵਹਿੰਦੇ ਜਾਣਗੇ ਜੀਵ ਸੰਸਾਰ ਦੇ ਜਨਮ ਮਰਨ ਦੀ ਨਦੀ ਵਿੱਚ, ਰੁੜਦੇ ਜਾਣਗੇ, ਕਿਤੇ ਥਿਰਤਾ ਪ੍ਰਾਪਤ ਨਹੀਂ ਹੋਣੀ, ਵਿਰਲਾਪ ਕਰਨਗੇ। ਜਗ ਸਮੁੰਦਰ ਕੋ ਪਾਰ ਨਾ ਪਾਵਤ। ਕਿਉਂਕਿ ਇਸ ਜਗਤ ਦੇ ਸਮੁੰਦਰ ਦਾ ਫਿਰ ਪਾਰ ਪੈਣਾ ਹੀ ਨਹੀਂ, ਨਾ ਕੋਲੋਂ ਪਾਰ ਉਤਰਨਾ ਹੀ ਨਹੀਂ ਇਹਨਾਂ ਨੇ। ਦਇਆ ਸਿੰਘ ਉਪਦੇਸ਼ ਬਤਾਇਓ, ਸੁਨਤ ਖਾਲਸੇ ਧਰ ਸੁਖ ਪਾਇਓ। ਪਿਆਰੇ ਭਾਈ ਦਇਆ ਸਿੰਘ ਜੀ ਨੇ, ਇਹ ਭਾਈ ਰਾਮ ਕੁਏਰ ਸਾਹਿਬ ਬ੍ਰਹਮ ਗਿਆਨੀ ਜੀ ਸਿੰਘਾਂ ਨੂੰ ਦੱਸ ਰਹੇ ਨੇ ਕਿ ਇਹ ਸਾਰਾ ਉਪਦੇਸ਼ ਭਾਈ ਦਇਆ ਸਿੰਘ ਜੀ ਨੇ ਖਾਲਸੇ ਨੂੰ ਸੁਣਾਇਆ, ਜੋ ਪਿਛਲੇ ਕੁਝ ਦਿਨਾਂ ਤੋਂ ਆਪ ਜੀ ਨੇ ਸੁਣਿਆ। ਇਹ ਸਾਰੀ ਕਥਾ, ਇਹ ਸਾਰਾ ਉਪਦੇਸ਼ ਭਾਈ ਦਇਆ ਸਿੰਘ ਜੀ ਨੇ ਖਾਲਸੇ ਨੂੰ ਦਿੱਤਾ ਹੈ। ਸੁਨਤ ਖਾਲਸੇ ਧਰ ਸੁਖ ਪਾਇਓ। ਖਾਲਸੇ ਨੇ ਇਸ ਉਪਦੇਸ਼ ਨੂੰ ਸੁਣ ਕੇ ਇਹਨੂੰ ਆਪਣੇ ਹਿਰਦੇ 'ਚ ਵਸਾ ਕੇ ਸੁਖ ਪ੍ਰਾਪਤ ਕੀਤਾ। ਖਾਲਸੇ ਨੇ ਇਸ ਗਿਆਨ ਦੀ ਕਥਾ ਨੂੰ ਸਰਵਣ ਕਰਕੇ, ਇਸ ਉਪਦੇਸ਼ ਨੂੰ ਸਰਵਣ ਕਰਕੇ, ਹਿਰਦੇ ਵਿੱਚ ਇਹਨੂੰ ਮੰਨ ਕੇ, ਨਿਧਿਆਸਣ ਕਰਕੇ, ਸਾਖਸ਼ਾਤਕਾਰ ਕਰਕੇ, ਸਿਮਰਨ ਦੁਆਰਾ, ਕਿਉਂਕਿ ਗੁਰੂ ਘਰ ਦੇ ਵਿੱਚ ਸਰਵਣ, ਮਨਨ, ਨਿਧਿਆਸਣ ਤੇ ਸਾਖਸ਼ਾਤਕਾਰ ਨਾਮ ਦੁਆਰਾ ਹੁੰਦਾ ਹੈ।
ਤੋ ਨਾਮ ਦੇ ਸਿਮਰਨ ਦੁਆਰਾ ਖਾਲਸੇ ਨੂੰ ਆਤਮ ਗਿਆਨ ਦੀ ਪ੍ਰਾਪਤੀ ਹੋਈ, ਕਿਉਂਕਿ ਜਿਹੜਾ ਆਤਮਾ ਦੇ ਰਸ ਨੂੰ ਜਾਣਦਾ ਉਹੀ ਖਾਲਸਾ ਹੈ। ਆਤਮ ਰਸ ਜੋ ਜਾਣਹੀ ਸੋ ਹੈ ਖਾਲਸ ਦੇਵ। ਜਦੋਂ ਖਾਲਸਾ ਹੋ ਗਿਆ ਫਿਰ ਮਹਾਰਾਜ ਜੀ ਕਹਿੰਦੇ ਪ੍ਰਭ ਮੈਂ ਮੋਹ ਮਹਿਤਾਸ ਮੈਂ ਰੱਬ ਵਿੱਚ, ਮੇਰੇ ਵਿੱਚ ਔਰ ਤਾਸ ਖਾਲਸੇ ਵਿੱਚ, ਰੰਚਕ ਨਾਹਿਨ ਭੇਵ, ਥੋੜਾ ਜਿੰਨਾ ਵੀ ਭੇਦ ਨਹੀਂ, ਅਸੀਂ ਇੱਕੋ ਹੀ ਹਾਂ। ਇਹ ਪਵਿੱਤਰ ਉਪਦੇਸ਼ ਪਿਆਰੇ ਭਾਈ ਦਇਆ ਸਿੰਘ ਜੀ ਨੇ ਸਮੁੱਚੇ ਖਾਲਸੇ ਪੰਥ ਨੂੰ ਦਿੱਤਾ ਹੈ। ਭਾਈ ਦਇਆ ਸਿੰਘ ਜੀ ਵੱਲੋਂ ਸੁਣਾਈ ਹੋਈ ਕਥਾ ਦੀ ਅੱਜ ਸਮਾਪਤੀ ਹੋਈ ਹੈ। ਗੁਰੂ ਸਾਹਿਬ ਕਿਰਪਾ ਕਰਨ, ਦਇਆ ਕਰਨ, ਜੋ ਪਿੱਛੇ ਸਾਡੀ ਇਹ ਹਾਜ਼ਰੀ ਮਹਾਰਾਜ ਜੀ ਦੇ ਚਰਨਾਂ 'ਚ ਲੱਗੀ ਹੈ ਇਸ ਕਥਾ ਦੁਆਰਾ, ਇਹ ਕਥਾ ਸਾਡੇ ਹਿਰਦਿਆਂ 'ਚ ਵਸੇ, ਸਾਡਾ ਗਾਵਿਆ ਸਾਡਾ ਸੁਣਿਆ ਉਹ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਥਾਂ ਪਵੇ। ਅੱਗੇ ਹੁਣ ਕਵੀਆਂ ਦੇ ਜਿਹੜੇ ਪ੍ਰਸੰਗ ਹਨ, ਮਹਾਰਾਜ ਜੀ ਦੇ 52 ਕਵੀ, ਉਹਨਾਂ ਕਵੀਆਂ ਨੇ ਜਿਹੜੇ ਛੰਦ ਉਚਾਰੇ ਗੁਰੂ ਸਾਹਿਬ ਦੀ ਉਪਮਾ ਕਰਦੇ ਆ, ਉਹਨਾਂ ਨਾਲ ਭਾਈ ਸਾਹਿਬ, ਕਿਉਂਕਿ ਭਾਈ ਸੰਤੋਖ ਸਿੰਘ ਜੀ ਵੀ ਮਹਾਕਵੀ ਨੇ, ਉਹਨਾਂ ਨੂੰ ਕਵੀਆਂ ਦੀ ਰਚਨਾ ਬੜੀ ਪਿਆਰੀ ਲੱਗੀ। ਉਹਨਾਂ ਕਵੀਆਂ ਦੀ ਕਵਿਤਾ ਨੂੰ ਜਦੋਂ ਪੜ੍ਹਦੇ ਨਾਲ ਨਾਲ ਫਿਰ ਆਪਣੀ ਕਵਿਤਾ ਵੀ ਉਚਾਰਦੇ, ਰੀਝ ਨਾਲ ਗੁਰੂ ਸਾਹਿਬ ਦਾ ਜਸ ਕਰਦੇ। ਉਹ ਬੜੇ ਪਿਆਰੇ ਬਚਨ ਗੁਰੂ ਸਾਹਿਬ ਦੀਆਂ ਸਿਫਤਾਂ ਦੇ ਅੱਗੇ ਆਪ ਜੀ ਸਰਵਣ ਕਰੋਗੇ। ਬਾਬਾ ਫਤਿਹ ਸਿੰਘ ਸਾਹਿਬ ਜੀ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਸਾਹਿਬ ਜੀ, ਤਿਨਾਂ ਦੇ ਪਵਿੱਤਰ ਜਨਮ ਦਿਹਾੜੇ ਦੀਆਂ ਇੱਕ ਵਾਰ ਫੇਰ ਗੁਰੂ ਕੀਆਂ ਸਾਜੀਆਂ ਨਵਾਜੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੈ। ਔਰ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਵੱਲੋਂ ਉਚਾਰਨ ਕੀਤੀ ਹੋਈ ਕਥਾ ਦੀ ਸਮਾਪਤੀ ਦੀ ਵੀ ਵਧਾਈ ਹੈ। ਗੁਰੂ ਸਾਹਿਬ ਕਿਰਪਾ ਕਰਨ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਵਿਸਰ ਨਾਹੀਂ ਦਾਤਾਰ, 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 ਵਿਸਰ ਨਾਹੀਂ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਓ, ਆਪਣਾ ਨਾਮ ਦੇਓ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਓ ਇਹੋ, ਨਾਨਕ ਚਾਓ ਇਹੋ, ਨਾਨਕ ਚਾਓ ਏਓ, ਨਾਨਕ ਚਾਓ ਏਓ। ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਜੀ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਹੇ ਅਚੁੱਤ ਹੈ ਪਾਰ ਬ੍ਰਹਮ, ਅਬਨਾਸੀ ਅਗਨਾਸ, हे पूरन हे सर्व में दुख पंजन गुणतास, हे संगी हे निरंकार, हे निर्गुण सब, हे गोबिंद हे गुण निदान, जाके सदा विवेक परम्पर हर हरे, है पियो अनहार। हे संत के सदा संग, निधारा आधार, ठाकुर हों दास रो। मैं निर्गुण गुण नहीं कोय,
ਨਾਨਕ ਦੀਜੈ ਨਾਮ ਦਾਨ। ਰਾਖੋਈਐ ਪਰੋਇ ਆਏ ਪ੍ਰਭ ਸ਼ਰਣਾਗਤੀ, ਕਿਰਪਾ ਨਿਧ ਦਿਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤੇਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰ ਨਿਆਰ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤੇਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰ ਨਿਆਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਬੇਨਤੀ ਹੈ ਕਿ ਧੰਨ ਧੰਨ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਸਾਹਿਬ ਜੀ ਦੇ ਜਨਮ ਦਿਹਾੜੇ ਦੇ ਸਬੰਧ ਵਿੱਚ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਅੱਜ ਰਾਤ ਨੂੰ ਸਮਾਗਮ ਹਨ। ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਤੋਂ ਕਾਰ ਪਾਰਕਿੰਗ ਵਿੱਚੋਂ ਗੱਡੀਆਂ 6 ਵਜੇ ਸ੍ਰੀ ਫਤਿਹਗੜ੍ਹ ਸਾਹਿਬ ਦੀ ਯਾਤਰਾ ਨੂੰ ਜਾਣਗੀਆਂ। ਜਿਹੜੇ ਮਾਈ ਭਾਈ ਸ੍ਰੀ ਫਤਿਹਗੜ੍ਹ ਸਾਹਿਬ ਦੀ ਹਾਜ਼ਰੀ ਭਰਨਾ ਚਾਹੁੰਦੇ ਨੇ ਉਹ 6 ਵਜੇ ਕਾਰ ਪਾਰਕਿੰਗ ਵਿੱਚ ਸਮੇਂ ਸਿਰ ਪਹੁੰਚ ਜਾਣ ਔਰ ਮਹਾਰਾਜ ਜੀ ਦੇ ਪਾਵਨ ਸਥਾਨਾਂ ਦੀ ਯਾਤਰਾ ਕਰਕੇ ਸਾਹਿਬਜ਼ਾਦਿਆਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਦੂਸਰੀ ਬੇਨਤੀ ਹੈ, 19 ਤਰੀਕ ਨੂੰ 9ਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਹੈ। ਸਤਿਗੁਰਾਂ ਦੇ ਸ਼ਹੀਦੀ ਦਿਹਾੜੇ ਦੇ ਸਬੰਧ ਵਿੱਚ 18 ਤਰੀਕ ਨੂੰ ਗੁਰਦੁਆਰਾ ਸ੍ਰੀ ਮੋਤੀ ਬਾਗ ਸਾਹਿਬ ਤੋਂ ਸਵੇਰ 10 ਵਜੇ ਨਗਰ ਕੀਰਤਨ ਪ੍ਰਾਰੰਭ ਹੋਵੇਗਾ। ਸ਼ਾਮ ਨੂੰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਸਮਾਪਤੀ ਹੋਵੇਗੀ। 18 ਤਰੀਕ ਨੂੰ ਰਾਤ ਨੂੰ ਦੀਵਾਨ ਸਜਣਗੇ, ਕਵੀ ਦਰਬਾਰ ਹੋਣਗੇ। 19 ਤਰੀਕ ਨੂੰ ਸਵੇਰ ਅੰਮ੍ਰਿਤ ਵੇਲੇ ਤੋਂ ਲੈ ਕੇ ਸਾਰਾ ਦਿਨ ਦੀਵਾਨ ਸਜਣਗੇ, ਢਾਡੀ ਦਰਬਾਰ ਹੋਣਗੇ। ਰਾਤ ਸ਼ਾਮ ਨੂੰ 4 ਵਜੇ ਤੋਂ ਲੈ ਕੇ ਰਾਤ 11 ਵਜੇ ਤੱਕ ਕੀਰਤਨ ਦਰਬਾਰ ਹੋਣਗੇ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, 9ਵੇਂ ਪਾਤਸ਼ਾਹ ਦੇ ਸ਼ਹੀਦੀ ਦਿਹਾੜੇ ਦੇ ਸਮਾਗਮਾਂ ਵਿੱਚ ਹਾਜ਼ਰੀਆਂ ਭਰ ਕੇ 9ਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਸੋਂ ਬਖਸ਼ਿਸ਼ਾਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।